जिस में अमृत ज्ञान है, माणिक भगत बैराग। श्री गुरु ग्रंथ साहिब उदद, बंदाओं कर अनुराग। श्री गुर शब्द कमाए जिना, जीते पंच बेकार। तिन संतन को बंदना, सिर चरणन पर तार। एकंकार सतगुरु, तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। वाहिगुरु जी का खालसा, वाहिगुरु जी की फतेह जी। परम सन्मानयोग सतगुरु जी दी साजी अरनवाजी होई। गुरु प्यारी गुरु सवारी सतगुरु जी दा खास रूप। गुरु खालसा साध संगत जी, आप सरबत संगतां चवर छतर तख्त दे मालिक सतगुरु। गरीब निवाज सतगुरु, पतित पावन भगत वत्सल करुणा निधान। अनाथा नाथ सतगुरु। धन धन सतगुरु, धन धन श्री गुरु ग्रंथ साहिब सच्चे पातशाह जी महाराज। तिन्हां दी पावन अर पवित्र गोद दे विच सज करके इन्हां सत संगत दीयां घड़ियां दा आनंद मान रहे हो। तो साध संगत जी, सतगुरु जी दी पावन अर पवित्र इतिहास दी लड़ीवार कथा दा समा है। तो कथा आरंभ करन तो पहला धन धन सतगुरु श्री गुरु ग्रंथ साहिब सच्चे पातशाह जी महाराज, तिन्हां नूं फतेह बुलाइए और फतेह बुला करके यह आशीर्वाद प्राप्त करिए। सतगुरु जी तो यह आसीस प्राप्त करिए कि दाता जी, जितना भी समा आप जियां दे पावन अर पवित्र गुर इतिहास दी विचार होवे, एकाग्र चित हो करके श्रवण कर सकीए। पढ़ते हाँ, प्रभु की उस्तत करहो संत मीत, सावधान एकाग्र चीत। इस करके गुरबाणी नूं मुख रखदिआं एकाग्र चित हो करके जो भी सतगुरां जी दे दर घर दे सिद्धांत ने
ਜੋ ਵੀ ਸਤਿਗੁਰਾਂ ਜੀ ਦੇ ਦਰ ਘਰ ਦੀ ਮਰਿਆਦਾ ਹੈ, ਜੋ ਵੀ ਸਤਿਗੁਰਾਂ ਜੀ ਦੇ ਦਰ ਘਰ ਦਾ ਉਪਦੇਸ਼ ਹੈ, ਕਿਣਕਾ ਮਾਤਰ ਹੀ ਪ੍ਰਾਪਤ ਕਰ ਲਈਏ। ਇਹ ਆਪਾਂ ਨਿਮਰਤਾ ਦੇ ਸਹਿਤ ਸੀਸ ਝੁਕਾ ਕੇ ਅਰਦਾਸ ਕਰਨੀ। ਤੋ ਆਓ ਸਾਧ ਸੰਗਤ ਜੀ, ਕਲਗੀਆਂ ਵਾਲੇ, ਬਾਜਾਂ ਵਾਲੇ, ਤਾਜਾਂ ਵਾਲੇ, ਨੀਲੇ ਵਾਲੇ, ਅੰਮ੍ਰਿਤ ਕੇ ਦਾਤੇ ਸਤਿਗੁਰੂ, ਸ਼ਹੀਦ ਪਿਤਾ ਦੇ ਪੁੱਤਰ ਸਤਿਗੁਰੂ, ਸ਼ਹੀਦ ਪੁੱਤਰਾਂ ਦੇ ਪਿਤਾ ਸਤਿਗੁਰੂ, ਧੰਨ ਧੰਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਸਾਨੂੰ ਫਤਿਹ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਤੋ ਆਓ ਐਸੇ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਨੂੰ ਅਦਬ ਸਹਿਤ ਸਤਿਕਾਰ ਦੇ ਸਹਿਤ ਸੀਸ ਝੁਕਾ ਕਰਕੇ ਬੁਲਾਈਏ। ਦੋਵੇਂ ਹੱਥ ਜੋੜ ਕਰਕੇ ਸੀਸ ਝੁਕਾ ਕੇ ਸਾਰੇ ਹੀ ਇੱਕ ਵਾਰੀ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿਗੁਰੂ ਜੀ ਨੇ ਸਾਡੇ ਉੱਤੇ ਮਹਾਨ ਮਹਾਨ ਕਿਰਪਾ ਕੀਤੀ ਹੈ, ਜੋ ਆਪ ਆਪਣੇ ਬਖਸ਼ਿਸ਼ ਦੇ ਖਜ਼ਾਨੇ ਦੇ ਵਿੱਚੋਂ ਕਿਣਕਾ ਮਾਤਰ ਸਾਡੀ ਝੋਲੀ ਵਿੱਚ ਵੀ ਪਾਇਆ। ਤੋ ਸਾਧ ਸੰਗਤ ਜੀ, ਗਰੀਬ ਨਵਾਜ ਸਤਿਗੁਰੂ ਨੇ ਸਤ ਸੰਗਤ ਦੀਆਂ ਇਹਨਾਂ ਘੜੀਆਂ ਨੂੰ ਬਖਸ਼ ਕਰਕੇ ਸਾਨੂੰ ਵੀ ਨਵਾਜਿਆ ਹੈ। ਤੋ ਆਓ ਜੋ ਸਤਿਗੁਰਾਂ ਜੀ ਦਾ ਪਾਵਨ ਔਰ ਪਵਿੱਤਰ ਇਤਿਹਾਸ ਹੈ, ਤਿਸ ਦੇ ਨਾਲ ਜੁੜ ਕਰਕੇ ਆਪਣਾ ਜੀਵਨ ਸਫਲਾ ਕਰੀਏ। ਤੋ ਕਥਾ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਇੱਕ ਵਾਰੀ ਸਤਿਗੁਰਾਂ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋ ਸਾਧ ਸੰਗਤ ਜੀ, ਪਿਛਲੇ ਦੀਵਾਨਾਂ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਕਿਵੇਂ ਧੰਨ ਧੰਨ ਸਤਿਗੁਰੂ ਦੀਨ ਦੁਨੀਆ ਦੇ ਰਹਿਬਰ, ਜਗਤ ਦੇ ਮਾਲਕ, ਅੰਮ੍ਰਿਤ ਕੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਸੁਭਾਇਮਾਨ ਨੇ। ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਮਹਾਰਾਜ ਆਪਣੀ ਮੌਜ ਦੇ ਵਿੱਚ ਲੀਨ ਨੇ, ਮਸਤੀ ਦੇ ਵਿੱਚ ਸੁਭਾਇਮਾਨ ਨੇ। ਤਖਤ ਦੇ ਉੱਤੇ ਇੱਕ ਪੰਡਿਤ ਆਇਆ ਹੈ, ਉਸ ਨੇ ਮਹਾਭਾਰਤ ਦੇ ਵਿੱਚੋਂ ਜਿਹੜੀ ਪਾਂਡਵਾਂ ਦੀ ਕਥਾ ਹੈ ਨਾ, 5 ਪਾਂਡਵ ਹੋਏ ਨੇ, ਉਹਨਾਂ ਦੀ ਕਥਾ ਕਰ ਦਿੱਤੀ ਹੈ। ਤੋ ਸਾਧ ਸੰਗਤ ਜੀ, ਉਸ ਤੋਂ ਬਾਅਦ ਜਿਹੜੇ ਸਤਿਗੁਰਾਂ ਜੀ ਦੇ 52 ਕਵੀ ਸਨ ਨਾ, ਜਿਨ੍ਹਾਂ ਦਾ ਦਾਸ ਨੇ ਕੱਲ੍ਹ ਵੀ ਜ਼ਿਕਰ ਕੀਤਾ ਸੀ, ਸ੍ਰੇਸ਼ਟ ਕਵੀ, ਸ਼੍ਰੋਮਣੀ ਕਵੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੇ ਚਰਨਾਂ ਕਮਲਾਂ ਵਿੱਚ ਰਹਿਣ ਵਾਲੇ ਹਰ ਸਮੇਂ ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ, ਜਿਨ੍ਹਾਂ ਦੀ ਕਲਮ ਪ੍ਰੇਮ ਦੇ ਵਿੱਚ ਭਿੱਜੀ ਹੋਈ, ਪ੍ਰੀਤ ਦੇ ਵਿੱਚ ਭਿੱਜੀ ਹੋਈ ਸਤਿਗੁਰਾਂ ਦੇ ਪ੍ਰਤੀ, ਜਿਨ੍ਹਾਂ ਨੇ ਗਜ਼ਲਾਂ ਦਾ ਉਚਾਰਨ ਕੀਤਾ ਔਰ ਉਹਨਾਂ ਗਜ਼ਲਾਂ ਨੂੰ ਗੁਰਬਾਣੀ ਦਾ ਦਰਜਾ ਪ੍ਰਾਪਤ ਹੈ। ਬਾਣੀ ਦਾ ਦਰਜਾ, ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਬਾਣੀ ਦਾ ਦਰਜਾ ਪ੍ਰਾਪਤ ਹੈ। ਉਸ ਤੋਂ ਇਲਾਵਾ ਸਾਰਿਆਂ ਨੇ ਆਪਣੇ ਵਿਚਾਰ ਰੱਖੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਰੱਖੇ, ਕਵੀ ਸੈਨਾਪਤੀ ਜੀ, ਕਵੀ ਉਦੇ ਰਾਏ ਜੀ, ਕਵੀ ਮੱਧੂ ਜੀ, ਕਵੀ ਰਾਵਲ ਜੀ, ਇਸ ਪ੍ਰਕਾਰ ਕਵੀ ਅੱਲੂ ਜੀ, ਕਵੀ ਧਰਮ ਸਿੰਘ ਜੀ, ਕਵੀ ਮਾਲਾ ਸਿੰਘ ਜੀ, ਇਉਂ ਬੜੇ। ਤੋ ਇਸ ਪ੍ਰਕਾਰ ਕਵੀ ਧਿਆਨ ਸਿੰਘ ਜੀ, ਇਹਨਾਂ ਸਾਰਿਆਂ ਨੇ ਆਪੋ ਆਪਣੀ ਮੱਤ ਰੱਖੀ ਸੀ।
ਤੋ ਆਪ ਜੀਆਂ ਨੇ ਸਰਵਣ ਕੀਤਾ ਸੀ। ਸਾਰਿਆਂ ਨੇ ਜਦੋਂ ਆਪੋ ਆਪਣੇ ਵਿਚਾਰ ਰੱਖੇ ਨੇ ਨਾ, ਸਾਰਿਆਂ ਦੇ ਵਿਚਾਰ ਸਤਿਗੁਰਾਂ ਜੀ ਨੇ ਸਰਵਣ ਕੀਤੇ ਨੇ। ਸੁਣ ਕਰਕੇ ਸਤਿਗੁਰਾਂ ਜੀ ਨੇ ਆਪਣੇ ਪਾਵਨ ਔਰ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਕਰਨਾ ਕੀਤਾ। ਫਿਰ ਸੰਖੇਪ ਵਿੱਚ ਇੱਕ ਵਾਰੀ ਫਿਰ ਆਪਾਂ ਸਰਵਣ ਕਰ ਲਈਏ ਵੀ ਕੀ ਕੀ ਵਿਚਾਰ ਕੀਤੇ ਸਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਖਿਆ ਸੀ, ਜਿਹੜਾ ਸਿੱਖੀ ਸਿਦਕ ਨਿਭਾਉਣ ਵਾਲਾ ਹੈ, ਗੁਰਸਿੱਖੀ ਕੇਸਾ ਸੰਗ ਜਿਹਨੇ ਨਿਭਾਈ ਹੈ, ਸਿਦਕ ਵਿੱਚ ਦ੍ਰਿੜ ਹੈ, ਪੱਕਾ ਹੈ, ਐਸਾ ਗੁਰਮੁਖ ਦਾ ਲੋਕ ਪਰਲੋਕ ਸੁਹੇਲਾ ਹੁੰਦਾ ਹੈ। ਸੈਨਾਪਤ ਜੀ ਕਹਿੰਦੇ ਨੇ ਦਰਸ਼ਨਾਂ ਦੀ ਬੜੀ ਮਹਾਨਤਾ ਹੈ। ਜਿਹੜਾ ਦਰਸ਼ਨ ਕਰ ਲੈਂਦਾ ਹੈ ਨਾ ਇੱਕ ਵਾਰ ਗੁਰੂ ਸਾਹਿਬ ਦੇ, ਭਾਵੇਂ ਭਲਾ ਕਰਦੇ ਨਾਲ ਨਾਲ ਜਾਣੇ ਅਣਜਾਣੇ ਗਲਤੀ ਵੀ ਹੋ ਜਾਂਦੀ, ਭਾਵੇਂ ਬੁਰਾ ਵੀ ਚਿਤਵ ਲੈਂਦਾ, ਪਰ ਦੀਨ ਦੁਨੀਆ ਦੇ ਮਾਲਕ ਐਡੇ ਦਇਆਲ ਨੇ, ਕਿਰਪਾਲ ਨੇ, ਦਿਆਲੂ ਕਿਰਪਾਲੂ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਰਸ ਕਰਕੇ ਬਖਸ਼ ਲੈਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿੰਦ ਨੇ ਤੇ ਬਖਸ਼ ਲੈਂਦੇ ਹਨ। ਉਦੇ ਰਾਏ ਜੀ ਕਹਿੰਦੇ ਨੇ, ਭਾਈ ਜਿਹੋ ਜੀ ਜਿਹੜਾ ਘਾਲ ਕਮਾਈ ਕਰਦਾ ਹੈ ਉਹੋ ਜਿਹਾ ਫਲ ਮਿਲਦਾ ਹੈ। ਜਿਹੋ ਜਿਹਾ ਕਰਮਾਂ ਦਾ ਬੀਜ ਬੋ ਲੈਂਦਾ, ਫਲ ਉਹੋ ਜਿਹਾ ਹੀ ਰੁੱਖ ਨੂੰ ਲੱਗਦਾ ਹੈ, ਭਾਵੇਂ ਚੰਗਾ ਬੀਜ ਲਵੇ ਭਾਵੇਂ ਮਾੜਾ। ਰਾਵਲ ਜੀ ਕਹਿੰਦੇ ਨੇ ਜਿਹੜਾ ਈਸ਼ਵਰ ਹੈ ਨਾ, ਜੀਵ ਉਸ ਈਸ਼ਵਰ ਦੀ ਅੰਸ਼ ਹੈ। ਇਹ ਸੁਣ ਕੇ ਫਿਰ ਰਾਵਲ ਜੀ ਨੇ ਨਾਲ ਇਹ ਵੀ ਬਚਨ ਕੀਤਾ ਕਿ ਜਿਹੜਾ ਲੋਭ ਦੇ ਪਸਾਰੇ ਤੋਂ ਬਚ ਜਾਂਦਾ ਹੈ ਨਾ ਦੁਨੀਆ 'ਚ, ਉਹਨੂੰ ਦੰਡ ਨਹੀਂ ਮਿਲਦਾ। ਤੇ ਇਹ ਸੁਣ ਕੇ ਅੱਲੂ ਕਵੀ ਜੀ ਬੋਲੇ, ਕਹਿੰਦੇ ਠੀਕ ਹੈ ਵੀ ਬਿਲਕੁਲ ਗੱਲ ਸਹੀ ਹੈ, ਕਹੋ ਕਬੀਰ ਇਹੋ ਰਾਮ ਕੀ ਅੰਸ਼। ਆਪਾਂ ਪੜ੍ਹਦੇ ਵੀ ਹਾਂ ਗੁਰਬਾਣੀ ਵਿੱਚ, ਗੱਲ ਠੀਕ ਹੈ, ਪਰ ਕਹਿੰਦੇ ਦੇਹ ਜੜ ਹੈ, ਇਹ ਸਰੀਰ ਜੜ ਹੈ ਕਦੋਂ ਤੱਕ, ਜਦੋਂ ਤੱਕ ਇਸ ਵਿੱਚ ਆਤਮਾ ਨਹੀਂ। ਆਪ ਜੀਆਂ ਨੇ ਕੱਲ ਬ੍ਰਹਮ ਦੀ ਵਿਚਾਰੀ ਸਰਵਣ ਕੀਤੀ ਹੈ ਨਾ, ਇਹ ਬਚਨ ਕੀਤਾ ਹੈ ਕਿ ਚਤੁਸ਼ਟਾ ਮਾਨਬੁੱਧ ਚਿੱਤ ਅਹੰਕਾਰ ਵੀ ਕਿਸੇ ਕੰਮ ਨਹੀਂ ਜੇ ਵਿੱਚੋਂ ਆਤਮਾ ਨਿਕਲ ਜਾਵੇ। ਚੇਤਨ ਹੀ ਆਪਣੇ ਆਪ ਵਿੱਚ ਹੈ, ਮਿਲ ਜਾਂਦਾ ਹੈ, ਸੁਤੇ ਸਿੱਧੀ ਆਪਸ ਦੇ ਵਿੱਚ ਮੇਲ ਹੋ ਜਾਂਦਾ। ਇਉਂ ਫਿਰ ਮੱਧੂ ਕਵੀ ਜੀ ਕਹਿੰਦੇ ਜਿਹੜਾ ਬ੍ਰਹਮ ਹੈ ਨਾ, ਨਾ ਹੀ ਮਰਦਾ ਹੈ, ਨਾ ਹੀ ਕੋਈ ਉਹਨੂੰ ਮਾਰ ਸਕਦਾ, ਐਸਾ ਸੁੰਦਰ ਸਰੂਪ ਹੈ। ਜਿਹੜੀ ਸਾਡੇ ਵਿੱਚ ਹੈ ਉਹ ਹੈ ਆਤਮਾ, ਜਿਹੜੀ ਸਾਰਿਆਂ ਦੇ ਵਿੱਚ ਹੈ, ਜਿਹੜਾ ਸਾਨੂੰ ਦਿਸ ਰਿਹਾ ਉਹ ਹੈ ਬ੍ਰਹਮ ਦਾ ਪਸਾਰਾ। ਇਹਨਾਂ ਵਿੱਚ ਇਹੋ ਹੀ ਅੰਤਰ ਹੈ, ਅਲੱਗ-ਅਲੱਗ ਨਾਮ ਦਿੱਤੇ ਨੇ। ਇਉਂ ਕਹਿੰਦੇ ਜਿਵੇਂ ਕਿਸੇ ਦਾ ਰੰਗ ਗੋਰਾ ਹੈ, ਕਾਲਾ ਹੈ, ਉੱਚਾ ਹੈ, ਲੰਬਾ ਹੈ, ਕੋਈ ਮੋਟਾ ਹੈ, ਕੋਈ ਪਤਲਾ ਹੈ, ਇਉਂ ਸਰੀਰ ਦੇ ਆਕਾਰ ਅੱਡੋ ਅੱਡ ਨੇ, ਪਰ ਹੈ ਕੀ ਹੈ? ਕਹਿੰਦੇ ਇਹ ਆਤਮਾ ਹੈ ਨਾ, ਜਿਹੜੀ ਜਿਵੇਂ ਅੱਗ ਵਿੱਚ ਅੱਗ ਮਿਲ ਜਾਂਦੀ, ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਘਿਓ ਵਿੱਚ ਘਿਓ ਮਿਲ ਜਾਂਦਾ ਹੈ, ਉਹ ਆਤਮਾ ਵੀ ਤਰ੍ਹਾਂ ਤਰ੍ਹਾਂ ਦੇ ਸਰੀਰਾਂ ਵਿੱਚ ਵਾਸ ਕਰਦੀ ਹੈ ਇੱਕ ਹੈ। ਪਾਣੀ ਤਾਂ ਇੱਕ ਹੀ ਹੈ ਨਾ, ਅੱਗ ਵੀ ਇੱਕ ਹੈ, ਘਿਓ ਵੀ ਇੱਕ ਹੈ, ਆਪਸ ਵਿੱਚ ਮਿਲ ਜਾਂਦੇ ਨੇ, ਘੁਲਣਸ਼ੀਲ ਹੈ, ਮਿਲਣਸ਼ੀਲ ਪਦਾਰਥ। ਪਰ ਕਹਿੰਦੇ ਤੁਸੀਂ ਭਰਮ ਦੂਰ ਕਰਕੇ ਵੇਖੋ ਤਾਂ ਸਹੀ, ਵਿਚਾਰ ਕਰਕੇ ਵੇਖੋ ਤਾਂ ਸਹੀ ਕਿ ਕੌਣ ਮੂੰਹ ਆਰੇ ਕੌਣ ਮੂੰਹ। ਆਪਾਂ ਕਹਿੰਦੇ ਬੰਦਾ ਮਰ ਗਿਆ, ਨਹੀਂ ਨਹੀਂ, ਇਹ ਬਹੁਤ ਵੱਡਾ ਭੁਲੇਖਾ ਹੈ। ਮਰਦਾ ਕੌਣ ਹੈ? ਕਹਿੰਦੇ ਉਹ ਤਾਂ ਮਿੱਟੀ ਰਹਿ ਜਾਂਦੀ, ਤੇ ਮਿੱਟੀ ਨਾਲ ਸੰਬੰਧ ਕੋਈ ਨਹੀਂ। ਸੰਬੰਧ ਤਾਂ ਆਤਮਾ ਦੇ ਨਾਲ ਕਰਨਾ ਹੈ, ਆਤਮਾ ਨਾਲ ਸੰਬੰਧ ਹੈ। ਅਗਿਆਨਤਾ ਦਾ ਪਰਦਾ ਹੈ, ਜਿਵੇਂ ਜਿਵੇਂ ਵੱਡਾ ਹੁੰਦਾ ਗਿਆ, ਪਹਿਲਾਂ ਮਾਂ ਦੇ ਗਰਭ ਵਿੱਚ ਜਦੋਂ 10 ਮਹੀਨੇ ਪੁੱਠਾ ਲਟਕਿਆ ਨਾ, ਕਹਿੰਦੇ ਉਦੋਂ ਇਹਦੀ ਪਕੜ ਬਹੁਤ ਮਜ਼ਬੂਤ ਸੀ। ਮਾਂ ਦੇ ਗਰਭ ਵਿੱਚ ਲਟਕਿਆ ਰਿਹਾ, ਅਰਦਾਸਾਂ ਕਰਦਾ, ਕਿਰਪਾ ਕਰੋ ਦਾਤਾ ਜੀ ਮੈਨੂੰ ਬਾਹਰ ਕੱਢ ਦਿਓ, ਇਹ ਕਿਰਪਾ ਕਰੋ। ਫਿਰ ਸਮਾਂ ਆਇਆ, ਜਨਮ ਹੋਇਆ, ਕਹਿੰਦੇ ਫਿਰ ਰੋਣ ਲੱਗ ਜਾਂਦਾ। ਰੋਂਦਾ ਪਤਾ ਕਿਉਂ ਹੈ? ਕਿ ਮੈਂ ਮਾਇਆ ਰੂਪ ਸੰਸਾਰ ਵਿੱਚ ਆ ਗਿਆ, ਹੁਣ ਬਚਿਆ ਕਿਵੇਂ ਜਾਵੇ। ਤਾਂ ਫਿਰ ਹੌਲੀ ਹੌਲੀ ਕਹਿੰਦੇ ਵਿਕਾਰੀ ਹੁੰਦਾ ਜਾਂਦਾ ਹੈ, ਉਹ ਮੋਹ ਮਾਇਆ ਵਿੱਚ ਫਸ ਜਾਂਦਾ, ਭਰਮ ਪੈ ਜਾਂਦਾ, ਅਗਿਆਨਤਾ ਦੇ ਪਰਦੇ ਕਰਕੇ ਕਹਿੰਦੇ ਨਜ਼ਰ ਨਹੀਂ ਆਉਂਦਾ, ਆਤਮਾ ਨਾਲ ਸੰਬੰਧ ਨਹੀਂ ਬਣਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਫਿਰ ਚੰਦਾ ਜੀ ਕਹਿੰਦੇ, ਕਵੀ ਚੰਦਾ ਜੀ ਕਹਿੰਦੇ ਜਿਵੇਂ ਬੱਚੇ ਦੀ ਮਾਂ ਨਾਲ ਪ੍ਰੀਤ ਹੈ ਨਾ, ਚੰਦ ਦੀ ਚਕੋਰ ਦੀ ਚੰਦਰਮਾ ਦੇ ਨਾਲ ਪ੍ਰੀਤ ਹੈ। ਬੱਚੇ ਦੀ ਮਾਤਾ ਜਿਹੜੀ ਹੈ
ਉਹ ਮਮਤਾ ਦੇ ਵਿੱਚ ਹੋ ਕਰਕੇ, ਮਮਤਾ ਦੇ ਵਸੀਕਾਰ ਹੋ ਕੇ, ਮੋਹ ਦੇ ਵਿੱਚ ਭਿੱਜ ਕੇ ਬੱਚੇ ਨਾਲ ਸਨੇਹ ਕਰਦੀ ਹੈ। ਇਉਂ ਹੀ ਈਸ਼ਵਰ ਬੱਚੇ ਜਿਹੜੇ ਸੰਸਾਰ ਤੇ ਨੇ ਉਹਦੇ ਬੱਚਿਆਂ ਦੇ ਵਾਂਗ ਨੇ, ਉਹ ਈਸ਼ਵਰ ਮਾਂ ਰੂਪ ਹੋ ਕੇ ਪਾਲਣਾ ਕਰ ਰਿਹਾ। ਕੱਲ ਵੀ ਪੜ੍ਹਿਆ ਸੀ, ਫਿਰ ਪੜ੍ਹਦੇ ਨੇ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਕਹਿੰਦੇ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਮਿਹਰਬਾਨ ਹੈ। ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਕਿਉਂ ਮਿਹਰਬਾਨ ਹੈ? ਕਹਿੰਦੇ ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਮਾਲਕ ਨੇ ਜਿੰਦ ਦਿੱਤੀ ਹੈ। ਜੀਓ ਪਾਏ, ਜਿੰਦ ਪਾ ਲਈ। ਪਿੰਡ ਸਰੀਰ ਦਿੱਤਾ, ਜਿਨੇ ਸਾਜਿਆ। ਪਿੰਡ ਜਿਨ ਸਾਜਿਆ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਰੀਰ ਪੈਦਾਇਸ਼ ਕੀਤੀ, ਬਣਾ ਦਿੱਤਾ। ਤੇ ਕਹਿੰਦੇ ਫਿਰ ਤੈਨੂੰ ਇਸ ਸੰਸਾਰ ਵਿੱਚ ਪਹਿਨਣ ਨੂੰ ਵਸਤਰ, ਖਾਣ ਵਾਸਤੇ ਭੋਜਨ, ਰਹਿਣ ਵਾਸਤੇ ਘਰ-ਬਾਰ ਦਿੱਤਾ। ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਇਉਂ ਕਹਿੰਦੇ ਇਹਨਾਂ ਜੀਵਾਂ ਦਾ ਤੇ ਅਕਾਲ ਪੁਰਖ ਦਾ ਆਪਸੀ ਸਨੇਹ ਹੈ। ਤੇ ਬੱਲੂ ਕਵੀ ਜੀ ਕਹਿੰਦੇ ਵੀ ਅਗਿਆਨਤਾ ਕਰਕੇ ਹੀ ਉਸ ਵਿਸ਼ਣ ਦੀ, ਉਸ ਦੇ ਫਕੀਰ, ਉਸ ਦੇ ਭਗਤ ਜਾਣਦੇ ਨਹੀਂ। ਅਗਿਆਨਤਾ ਦੇ ਕਾਰਨ ਫਸ ਜਾਂਦੇ ਨੇ, ਪਰ ਜਿਹੜੇ ਉਹਦੇ ਭਗਤ ਬਣ ਜਾਂਦੇ ਨੇ ਨਾ, ਸਾਧੂ ਮਹਾਤਮਾ ਬ੍ਰਹਮ ਗਿਆਨੀ ਮਹਾਂਪੁਰਖ ਜਾਣ ਲੈਂਦੇ। ਇਸ ਪ੍ਰਕਾਰ ਕਹਿੰਦੇ ਦੁਬਿਧਾ ਕਰਕੇ ਹੈ। ਫਿਰ ਕਵੀ ਲੱਖਾ ਜੀ ਕਹਿੰਦੇ ਕਈ ਤੇ ਲੱਖਾਂ ਮਣ ਬੋਝ ਚੁੱਕੀ ਫਿਰਦੇ। ਲੱਖਾਂ ਮਣ ਕਿਵੇਂ? ਪਾਪਾਂ ਪੁੰਨਾਂ ਦਾ ਬੋਝ ਚੁੱਕੀ ਫਿਰਦੇ। ਕੱਲ ਆਪ ਜੀ ਨੇ ਸਰਵਣ ਕੀਤਾ ਸੀ। ਕਹਿੰਦੇ ਫਿਰ ਪ੍ਰਮਾਤਮਾ ਨੇ ਆਖਿਆ, ਐ ਸਾਧੂ ਜਨੋ, ਉਹ ਪ੍ਰਮਾਤਮਾ ਸਤ ਚਿਤ ਆਨੰਦ ਸਵਰੂਪ ਹੈ, ਭੂਤ ਵਰਤਮਾਨ ਅਰ ਭਵਿੱਖਤ ਕਾਲ ਤੋਂ ਪਰੇ ਹੈ, ਉਸ ਉੱਤੇ ਕੋਈ ਅਸਰ ਨਹੀਂ। ਇਸ ਪ੍ਰਕਾਰ ਕਹਿੰਦੇ ਅਗਿਆਨਤਾ ਕਰਕੇ ਸਾਨੂੰ ਸੰਸਾਰ ਦਿਸ ਰਿਹਾ ਹੈ ਬ੍ਰਹਮ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਵੀ ਸੁਖੀਆ ਜੀ ਕਹਿੰਦੇ ਜਿਵੇਂ ਇੱਕ ਮਨੁੱਖ ਸੁਪਨਾ ਵੇਖ ਲੈਂਦਾ, ਕਈ ਕੁਝ ਬਣਾ ਲੈਂਦਾ ਸੁਪਨੇ ਵਿੱਚ, ਪਰ ਜਦੋਂ ਉਹਨੂੰ ਜਾਗ ਆਉਂਦੀ ਪਤਾ ਫਿਰ ਲੱਗਦਾ ਹੈ ਅਸਲ ਵਿੱਚ ਸੁਪਨਾ ਤਾਂ ਇੱਕ ਕਲਪਨਾ ਸੀ। ਤਾਂ ਹੀ ਮਹਾਰਾਜ ਨੇ ਕਿਹਾ ਜਾਗ ਲੇਹੋ ਰੇ ਮਨਾ, ਜਾਗ ਲੇਹੋ ਕਹਾਂ ਗਾਫਲ ਸੋਇਆ। ਕਿੱਥੇ ਸੁੱਤਾ ਪਿਆ ਗਿਆਨਤਾ ਦੇ ਹਨੇਰੇ ਵਿੱਚ। ਅਸਲ ਵਿੱਚ ਜਦੋਂ ਮਨੁੱਖ ਨੂੰ ਵੀ ਜਾਗ ਆਉਂਦੀ ਹੈ ਨਾ ਸਾਧ ਸੰਗਤ ਜੀ, ਫਿਰ ਸੰਸਾਰ ਨਹੀਂ, ਫਿਰ ਬ੍ਰਹਮ ਭਾਸਦਾ ਹਰ ਪਾਸੇ। ਫਿਰ ਤੇ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਕਹਿੰਦੇ ਇਹ ਤੇ ਜੜ ਹੈ। ਜਦੋਂ ਤੱਕ ਆਤਮਾ ਹੁੰਦੀ ਹੈ ਉਦੋਂ ਤੱਕ ਕਿਰਿਆ ਕਰ ਸਕਦਾ, ਹਿਲ ਜੁਲ ਸਕਦਾ, ਬੋਲ ਸਕਦਾ, ਹੱਥ ਹਿਲਾ ਸਕਦਾ ਹੈ। ਜਿੱਦਣ ਆਤਮਾ ਨਿਕਲ ਗਈ ਕੱਖ ਨਹੀਂ। ਇਉਂ ਸੁਪਨੇ ਦੀ ਨਿਆਈ ਕਹਿੰਦੇ ਸੰਸਾਰ ਹੈ। ਧਰਮ ਸਿੰਘ ਜੀ ਕਹਿੰਦੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸਾਡੇ ਇਸ਼ਟ ਨੇ, ਇਹੋ ਹੀ ਪ੍ਰਧਾਨ ਨੇ। ਜੇ ਕੋਈ ਸਿੱਖ ਹੈ ਤੇ ਆਪਣੇ ਧਰਮ ਗ੍ਰੰਥ ਨੂੰ ਮੰਨੇ, ਹਿੰਦੂ ਹੈ, ਮੁਸਲਮਾਨ ਹੈ, ਈਸਾਈ, ਆਪੋ ਆਪਣੇ ਧਰਮ ਗ੍ਰੰਥ ਮੁਬਾਰਕ ਨੇ। ਇਸ ਪ੍ਰਕਾਰ ਕਹਿੰਦੇ ਮੈਂ ਤੇ ਇਹ ਕਹਿਣਾ ਇਸ਼ਟ ਪ੍ਰਧਾਨ ਹੈ, ਬਾਕੀ ਨਿਫਲ ਹੈ, ਕੋਈ ਫਲ ਨਹੀਂ। ਇਸ ਕਰਕੇ ਧਾਰਮਿਕ ਗ੍ਰੰਥਾਂ ਵਿੱਚ ਪ੍ਰਮਾਣ ਨੀਕ ਹੈ। ਤੇ ਧਿਆਨ ਸਿੰਘ ਜੀ ਕਹਿੰਦੇ ਭਾਈ ਤਿਆਗ ਹੀ ਮੂਲ ਹੈ। ਜੇ ਤਿਆਗ ਨਹੀਂ ਨਾ ਮਨੁੱਖ ਕਰ ਸਕਦਾ ਤੇ ਫਿਰ ਵੀ ਕੋਈ ਲਾਭ ਨਹੀਂ ਜੀਵਨ ਵਿੱਚ ਆਉਣ ਦਾ। ਵਿਸ਼ੇ ਭੋਗਾਂ ਵਿੱਚ ਲੱਗ ਕੇ ਤਿਆਗ ਕਰਦਾ ਕੋਈ ਨਹੀਂ, ਤਿਆਗ ਦੀ ਗੱਲ ਤਾਂ ਦੂਰ ਹੀ ਰਹਿ ਜਾਂਦੀ। ਕਹਿੰਦੇ ਮੈਂ ਤਾਂ ਇਹੀ ਕਹਿਣਾ ਮਾਲਕ ਦੇ ਰਸਤੇ ਤੇ ਤੁਰ ਕੇ ਉਹਦੇ ਚਰਨਾਂ ਦੀ ਧੂੜੀ ਬਣ ਜਾਈਏ। ਫਿਰ ਮਾਲਾ ਸਿੰਘ ਜੀ ਕਹਿੰਦੇ ਮੈਂ ਤਾਂ ਸਤਿਗੁਰਾਂ ਦੇ ਨਾਮ ਦੀ ਮਾਲਾ ਹੀ ਜਪਦਾ, ਵਾਹਿਗੁਰੂ 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 ਵਾਹਿਗੁਰੂ। ਇਉਂ ਕਹਿੰਦੇ ਮੈਂ ਤੇ ਮਾਲਾ ਜਪਦਾ ਭਾਈ, ਮੇਰਾ ਤੇ ਇਹਦੇ 'ਚ ਹੀ ਭਲਾ ਕਰ ਦੇਣਾ। ਮਹਾਰਾਜ ਨੇ ਐਸਾ ਇਹ ਅਨਹਦ ਸਾਧਨ ਹੈ ਜਿਹੜਾ ਬੇਅੰਤ ਹੈ। ਅਨਹਦ ਉਸ ਦਾ ਨਾਮ ਹੈ ਜਿਹੜੀ ਨਾ ਘਟਦੀ ਹੈ ਤੇ ਕਹਿੰਦੇ ਨਾ ਹੀ ਬਹੁਤਾ ਵਧੇ। ਇਹ ਬੇਅੰਤ ਹੈ, ਇਹਦਾ ਅੰਤ ਹੀ ਕੋਈ ਨਹੀਂ। ਹਿਸਾਬ ਕਿਤਾਬ ਨਹੀਂ ਲੱਗ ਸਕਦਾ, ਘਟਦੀ ਵੱਧਦੀ ਨਹੀਂ। ਸੀਮਾ ਨਾ ਹੋਵੇ, ਅਸੀਮ ਹੋਵੇ, ਇੱਕ ਰਸ ਹੋਵੇ, ਐਸਾ ਬੇਅੰਤ ਹੈ। ਕਹਿੰਦੇ ਮਹਾਰਾਜ ਦਾ ਜਿਹੜਾ ਨਾਮ ਹੈ, ਕਹਿੰਦੇ ਮੈਂ ਤੇ ਇਸੇ ਨੂੰ ਹੀ ਸਾਰਾ ਕੁਝ ਸਮਝਦਾ, ਧਿਆਨ ਵਿੱਚ ਹੀ ਸਾਰਾ ਕੁਝ ਹੈ ਤੇ ਸੱਤ ਵੀ ਹੈ। ਮਹਾਰਾਜ ਕਹਿੰਦੇ ਨਾ ਧੁਨ ਮਹਿ ਧਿਆਨ,
ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ। ਇਸ ਕਰਕੇ ਸਾਰਿਆਂ ਦੇ ਇਹਨਾਂ ਕਵੀਆਂ ਦੇ ਵਿਚਾਰ ਸਤਿਗੁਰਾਂ ਨੇ ਸੁਣੇ ਨੇ। ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸੁਣ ਕਰਕੇ ਜੋ ਵੀ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਕੀਤਾ ਹੈ, ਆਓ ਪ੍ਰੇਮ ਦੇ ਨਾਲ ਸਰਵਣ ਕਰੀਏ ਕੀ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਨੇ। ਧਿਆਨ ਦੇ ਕਰਕੇ ਸਰਵਣ ਕਰਨਾ ਕਰੋ ਜੀ। ਕਹਿੰਦੇ ਭਾਈ ਤਿੰਨ ਪੁਰਖ ਜਿਹੜੇ ਨੇ ਨਾ ਉਹ ਵੇਦਾਂ ਵਿੱਚ ਇਉਂ ਬਚਨ ਹੈ। ਕਹਿੰਦੇ ਜਿਹੜੇ ਤਿੰਨ ਪੁਰਖ ਨੇ ਨਾ ਉਹ ਤਾਂ ਅਧਿਕਾਰੀ ਨੇ। ਅਧਿਕਾਰੀ ਕਾਹਦੇ ਨੇ ਅੱਗੇ ਜ਼ਿਕਰ ਆਵੇਗਾ। ਉਹ ਤਾਂ ਅਧਿਕਾਰੀ ਨੇ ਪਰ ਚੌਥੇ ਨਹਿ ਅਧਿਕਾਰ। ਜਿਹੜੇ ਚੌਥੇ ਤਰ੍ਹਾਂ ਦੇ ਮਨੁੱਖ ਨੇ ਨਾ ਉਹ ਅਧਿਕਾਰੀ ਨਹੀਂ ਹਨ। ਕਿਸ ਚੀਜ਼ ਦੇ ਅੱਗੇ ਦੱਸਦੇ ਹਨ। ਕਹਿੰਦੇ ਪਹਿਲਾ ਹੈ ਮੁਕਤ, ਭਾਵ ਜਿਹੜਾ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਗਿਆ ਉਹ ਮੁਕਤ ਹੈ। ਮਮੋਖੂ ਕਹਿੰਦੇ ਨੇ ਜਿਹੜਾ ਇੱਛਾ ਰੱਖਦਾ ਹੈ ਜਾਣਨ ਦੀ ਕਿ ਮੈਂ ਕੌਣ ਆ, ਸੰਸਾਰ ਕੀ ਹੈ, ਮੈਂ ਕੀ ਕਰਨ ਆਇਆ, ਕਾਹਦੇ ਵਾਸਤੇ ਮੇਰਾ ਜਨਮ ਹੋਇਆ, ਅਸਲ ਮਨੋਰਥ ਕੀ ਹੈ, ਉਹ ਹੈ ਮਮੋਖੂ। ਤੀਸਰਾ ਫਿਰ ਵਿਖੈ। ਵੇਦਾਂ ਵਿੱਚ ਇਹਨਾਂ ਨੂੰ ਵਿਖੈ ਕਿਹਾ ਜਾਂਦਾ ਹੈ। ਵਿਖੈ ਨਾਮ ਹੈ, ਵਿਖੈ ਤੋਂ ਭਾਵ ਹੈ ਕਿ ਜਿਹੜਾ ਸਾਧ ਸੰਗਤ ਜੀ ਚੰਗੇ ਕਰਮ ਕਰਦਾ ਤਾਂ ਜ਼ਰੂਰ ਹੈ, ਕਿਤੇ ਨਾ ਕਿਤੇ ਮਾਇਆ ਦਾ ਪ੍ਰਬਲ ਪੈਂਦਾ ਹੈ, ਮਾਇਆ ਦਾ ਜ਼ੋਰ ਪੈਂਦਾ ਉਹਦੇ ਤੇ, ਪਰ ਕਿਤੇ ਨਾ ਕਿਤੇ ਕਾਬੂ ਕਰ ਲੈਂਦਾ, ਉਹਨੂੰ ਵਿਖੈ ਕਿਹਾ ਜਾਂਦਾ ਹੈ। ਇੱਕ ਤਾਂ ਨਿਰਾਪੁਰਾ ਹੀ ਪਾਮਰ ਪੁਰਸ਼ ਹੁੰਦਾ ਹੈ, ਵਿਸ਼ਈ, ਜਿਹਨੂੰ ਆਪਾਂ ਨਾਮ ਦਿੰਦੇ ਵਿਸ਼ਈ, ਬਿਲਕੁਲ ਹੀ ਪਾਮਰ, ਬਿਲਕੁਲ ਹੀ ਕਲਯੁਗੀ ਕਹਿ ਦਿੰਦੇ ਆਪਾਂ ਵੀ ਇਹ ਤਾਂ ਕਲਯੁਗੀ ਬੰਦਾ, ਝੂਠ ਬੋਲਦਾ, ਗਾਲਾਂ ਕੱਢਦਾ, ਗੰਦ ਖਾਂਦਾ ਹੈ, ਬਿਲਕੁਲ ਹੀ ਜਿਹੜਾ ਵਿਸ਼ਈ ਹੈ। ਹਰ ਸਮੇਂ ਮਾੜੇ ਬੋਲਦਾ ਹੈ, ਹਰ ਸਮੇਂ ਮਾੜੀ ਸੋਚ ਚਿਤਵਦਾ, ਵਿਸ਼ਈ ਹੈ। ਇੱਕ ਉਹ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਇਹ ਚਾਰ ਜਿਹੜੇ ਪੁਰਸ਼ ਹਨ ਇਹਨਾਂ ਵਿੱਚੋਂ ਤਿੰਨ ਤਾਂ ਅਧਿਕਾਰੀ ਨੇ। ਮੁਕਤ ਵੀ ਅਧਿਕਾਰੀ ਹੈ, ਮਮੋਖੂ ਵੀ ਅਧਿਕਾਰੀ ਹੈ, ਵਿਖੈ ਵੀ ਅਧਿਕਾਰੀ ਹੈ, ਪਰ ਪਾਮਰ ਅਧਿਕਾਰੀ ਨਹੀਂ। ਕਾਹਦਾ? ਨਾਮ ਦਾ। ਅੱਗੇ ਦੱਸਦੇ ਹਨ ਕਹਿੰਦੇ ਜਿੰਨੇ ਤਾਂ ਆਪਣੇ ਆਪ ਨੂੰ ਸਮਝ ਲਿਆ, ਆਪਣੇ ਆਪ ਨੂੰ ਲਖ ਲਿਆ ਕਿ ਮੈਂ ਕੌਣ ਆ, ਕੀ ਕਰਨ ਆਇਆ, ਕਾਹਦੇ ਵਾਸਤੇ ਆਇਆ, ਸੰਸਾਰ ਦੇ ਹੌਰਾਂ ਬੰਧਨਾਂ ਤੋਂ ਮੁਕਤ ਹੋ ਗਿਆ, ਉਹਨੂੰ ਆਪਾਂ ਕਹਿੰਦੇ ਆ ਮੁਕਤ ਪੁਰਸ਼। ਮੁਕਤ ਭਾਵ ਜਿਹਨੇ ਹਰੇਕ ਪਾਸੇ ਤੋਂ ਮਨ ਮਾਰ ਲਿਆ, ਬਿਲਕੁਲ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਜਿਉ ਰਹੇ ਆ, ਬ੍ਰਹਮ ਗਿਆਨੀ ਜਿਹਨੂੰ ਆਪਾਂ ਕਹਿ ਸਕਦੇ ਮੁਕਤ। ਇਸ ਪ੍ਰਕਾਰ ਕਹਿੰਦੇ ਉਹਦੀ ਬਾਬਤ ਗੁਰਬਾਣੀ ਨੇ ਆਖਿਆ ਆਪ ਮੁਕਤ, ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸਾ ਉਹ ਮੁਕਤ ਪੁਰਸ਼ ਹੁੰਦਾ। ਕਹਿੰਦੇ ਜਿਹਨੇ ਸਾਰੇ ਪਾਸੇ ਆਪਣੇ ਆਪ ਨੂੰ ਮਾਰ ਲਿਆ, ਆਪਣਾ ਆਪ ਲਖ ਲਿਆ, ਭਾਵ ਆਪਣੇ ਸਰੂਪ ਨੂੰ ਜਾਣ ਲਿਆ ਕਿ ਮੈਂ ਅਸਲ ਵਿੱਚ ਹੈ ਕੌਣ ਆ। ਤੇ ਕਹਿੰਦੇ ਮੈਂ ਆਤਮਾ ਨੂੰ ਪ੍ਰਾਪਤ ਕਰਨਾ, ਖੋਜ ਕਰਨੀ ਹੈ, ਆਪੇ ਨੂੰ ਲੱਭਣਾ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫੇਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਨਿਤਾ ਪ੍ਰਤੀ ਲੱਭਿਆ ਕਰ, ਖੋਜਿਆ ਕਰਕੇ ਅਸੀਂ ਕੌਣ ਆ, ਕਿੱਥੋਂ ਆਏ ਆ, ਮੇਲ ਕਰ, ਆਪਣੇ ਆਪ ਨਾਲ ਸੰਬੰਧ ਬਣਾ। ਦੁਨੀਆ ਦੀ ਬੜੀ ਖਬਰ ਹੈ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਾਰਾ ਪਤਾ ਹੈ, ਆਪਣੇ ਆਪ ਦਾ ਪਤਾ ਹੀ ਕੋਈ ਨਹੀਂ। ਉਹ ਕਹਿੰਦੇ ਨਾ ਵੀ ਸਾਰੇ ਪਾਸੇ ਕਹਿੰਦੇ ਜਾ ਕੇ ਵੇਖ ਲਿਆ, ਮੰਦਰ ਮਸੀਤੀ ਨਿਤ ਨਿਤ ਵੜਦਾ, ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ, ਆਪਣਾ ਆਪ ਵੇਖਿਆ ਹੀ ਨਹੀਂ। ਇਸ ਕਰਕੇ ਕਹਿੰਦੇ ਆਪਣੇ ਆਪ ਨੂੰ ਜਿਹਨੇ ਜਾਣ ਲਿਆ ਉਹ ਅਸਲ ਵਿੱਚ ਮੁਕਤ ਹੈ। ਮੈਂ ਕੌਣ ਆ, ਮੈਂ ਕੀ ਹਾਂ, ਕੋ ਸੰਸਾਰ ਇਹ, ਤੇ ਸੰਸਾਰ ਕੀ ਹੈ, ਜਿਹਦੇ ਅੰਦਰ ਇਹ ਜਾਣਨ ਦੀ ਇੱਛਾ ਹੈ ਨਾ। ਜਿਵੇਂ ਉਹ ਸਾਧ ਸੰਗਤ ਜੀ ਫਕੀਰ ਹੋਇਆ ਨਾ ਇੱਕ,
ਉਹਦਾ ਨਾਮ ਆਉਂਦਾ ਹੈ, ਉਹ ਕਹਿੰਦਾ ਹੁੰਦਾ ਸੀ ਅਨਲ ਹੱਕ ਮਨਸੂਰ, ਮਨਸੂਰ ਨਾਂ ਆਉਂਦਾ ਉਹਦਾ। ਉਹ ਕਹਿੰਦਾ ਹੁੰਦਾ ਸੀ ਅਨਲ ਹੱਕ ਮੈਂ ਹੀ ਰੱਬ ਹਾਂ। ਇਹ ਉਸ ਦੀ ਵਿਚਾਰਧਾਰਾ ਸੀ, ਆਪਣੇ ਆਪ ਨੂੰ ਜਾਣ ਗਿਆ ਸੀ ਨਾ, ਤੇ ਇਹ ਕਹਿੰਦਾ ਸੀ ਮੈਂ ਹੀ ਰੱਬ ਹਾਂ। ਇਸ ਕਰਕੇ ਉਹਦਾ ਜਦੋਂ ਤੁਸੀਂ ਪੜ੍ਹੋਗੇ ਨਾ, ਉਹਨੂੰ ਬਹੁਤ ਬੁਰੇ ਤਰੀਕੇ ਨਾਲ ਸਾਰੇ ਲੋਕਾਂ ਨੇ ਪੱਥਰ ਮਾਰੇ ਸੀ। ਇੱਕ ਉਸ ਦਾ ਦੋਸਤ ਸੀ ਸਿਬਲੀ, ਉਸ ਨੇ ਉਹਨੂੰ ਫੁੱਲ ਮਾਰਿਆ ਸੀ ਤੇ ਕਹਿੰਦੇ ਧਾਹਾਂ ਮਾਰ ਕੇ ਰੋਣ ਲੱਗ ਪਿਆ ਸੀ। ਇਸ ਪ੍ਰਕਾਰ ਕਿ ਸਾਰੇ ਪੱਥਰ ਮਾਰਦੇ ਨੇ, ਤੂੰ ਫੁੱਲ ਕਿਉਂ ਮਾਰਿਆ? ਵੇਖੋ ਕਿਹੋ ਜਿਹਾ ਪੁਰਸ਼ ਹੋਏਗਾ। ਪੱਥਰ ਪੈਂਦੇ ਨੇ, ਲੋਕ ਰੋਂਦੇ ਨੇ, ਉਹ ਹੱਸਦਾ ਸੀ। ਫੁੱਲ ਪਿਆ ਤੇ ਰੋਣ ਲੱਗ ਪਿਆ। ਅਸਲ ਵਿੱਚ ਉਹਦਾ ਇਹ ਕਹਿਣਾ ਸੀ ਕਿ ਅਨਲ ਹੱਕ ਆਪਣੇ ਆਪ ਨੂੰ ਜਾਣ ਗਿਆ ਸੀ, ਪਹਿਚਾਣ ਗਿਆ ਸੀ। ਉਹ ਕਹਿੰਦਾ ਸੀ ਮੈਂ ਦੇਹ ਨਹੀਂ, ਸਰੀਰ ਨਹੀਂ, ਅਸਲ ਵਿੱਚ ਆਤਮਾ ਹੀ ਸਾਰਾ ਕੁਝ ਹੈ। ਇਸ ਕਰਕੇ ਉਹ ਕਹਿੰਦਾ ਸੀ ਅਨਲ ਹੱਕ। ਇਸ ਪ੍ਰਕਾਰ ਕਹਿੰਦੇ ਜਿਹਨੂੰ ਇਹ ਪਤਾ ਲੱਗ ਗਿਆ ਨਾ ਕਿ ਜਾਣਨ ਦੀ ਇੱਛਾ ਹੈ ਕਿ ਮੈਂ ਕੌਣ ਹਾਂ, ਸੰਸਾਰ ਕੀ ਹੈ, ਉਹ ਮਮੋਕਸ਼ੂ ਹੈ, ਅਸਲ ਵਿੱਚ ਜਗਿਆਸੂ ਪੁਰਸ਼ ਹੈ। ਵਿਖੇ ਵੇਦਾਂ ਵਿੱਚ ਵਿਖੇ ਹੀ ਕਹਿੰਦੇ ਨੇ ਜਿਹੜਾ ਕਰਮ ਤਾਂ ਚੰਗੇ ਕਰਦਾ ਹੈ, ਜਿਵੇਂ ਇੱਥੇ ਲਿਖਿਆ ਹੈ ਬਿਦ ਸਭ। ਬਿਦ ਤੋਂ ਭਾਵ ਹੈ ਬੇਹਤ ਕਰਮ। ਦੋ ਤਰ੍ਹਾਂ ਦੇ ਕਰਮ ਨੇ ਸਾਧ ਸੰਗਤ ਜੀ, ਇੱਕ ਬੇਹਤ ਕਰਮ, ਇੱਕ ਅਵੇਹਤ ਕਰਮ। ਵੇਹਤ ਕਰਮ ਹੁੰਦੇ ਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਾਂ ਨਾਨਾ ਪ੍ਰਕਾਰ ਦੇ ਜਿਹੜੇ ਧਰਮ ਗ੍ਰੰਥ ਨੇ, ਉਹਨਾਂ ਦੇ ਅਨੁਸਾਰ, ਉਹਨਾਂ ਦੇ ਅਨੁਸ਼ਾਸਨ ਦੇ ਹੇਠ ਜੀਵਨ ਬਿਤਾਉਣਾ। ਜਿਵੇਂ ਕਹਿੰਦੇ ਨੇ ਉਵੇਂ ਸੱਤ ਕਹਿ ਕੇ ਜੀਵਨ ਬਿਤਾਉਣਾ ਵੇਹਤ ਕਰਮ, ਭਾਵ ਧਾਰਮਿਕ ਗ੍ਰੰਥਾਂ ਦੇ ਅਨੁਸਾਰ। ਇੱਕ ਹੁੰਦੇ ਨੇ ਅਵੇਹਤ ਕਰਮ, ਅੱਗੇ ਐੜਾ ਲੱਗ ਗਿਆ, ਅਵੇਹਤ ਭਾਵ ਜੋ ਵੀ ਧਾਰਮਿਕ ਗ੍ਰੰਥ ਕਹਿੰਦੇ ਨੇ ਉਹਨਾਂ ਤੋਂ ਹਰ ਕੰਮ ਉਲਟ ਕਰਨਾ, ਉਹ ਅਵੇਹਤ ਕਰਮ। ਪਰ ਕਹਿੰਦੇ ਜਿਹੜਾ ਵਿਖਾਈ ਹੈ ਨਾ, ਉਹ ਵੇਦ ਕਰਮ ਭਾਵ ਵੇਹਤ ਕਰਮ ਕਰਦਾ ਹੈ, ਧਰਮ ਗ੍ਰੰਥਾਂ ਦੇ ਅਨੁਸਾਰ ਸਾਰਾ ਕੁਝ ਕਰਦਾ ਹੈ, ਤੇ ਬਾਕੀ ਮਾੜੇ ਕੰਮਾਂ ਨੂੰ ਸਾਰਿਆਂ ਨੂੰ ਨਿਖੇਧ ਕਰ ਦਿੰਦਾ, ਨਿਖੇਧੀ ਕਰ ਦਿੰਦਾ, ਭਾਵ ਨਾਸ਼ ਕਰ ਦਿੰਦਾ ਹੈ। ਕਹਿੰਦੇ ਉਹਦੇ ਮਨ ਦੇ ਵਿੱਚ ਨਾ ਮਾਇਆ ਦਾ ਬੜਾ ਪ੍ਰਬਲ ਪੈਂਦਾ, ਇੱਕਦਮ ਬੜਾ ਜ਼ੋਰ ਪੈਂਦਾ ਹੈ, ਪਰ ਫਿਰ ਵੀ ਕੀ ਹੈ, ਕਹਿੰਦੇ ਆਪਣੇ ਮਨ ਨੂੰ ਸਮਝਾਉਂਦਾ ਹੈ। ਬਹੁਤਾ ਹੀ ਵਿਖੇ ਭੋਗ ਬਾਂਛਾ ਅਧਿਕ, ਸਮਝਤ ਸੁਣ ਕਰ ਭੇਦ। ਕਹਿੰਦੇ ਵਿਸ਼ੇ ਭੋਗਾਂ ਵਿੱਚ ਨਾ ਉਹਦਾ ਮਨ ਜਿਹੜਾ ਜ਼ੋਰ ਪਾਉਂਦਾ ਹੈ, ਕਿਤੇ ਨਾ ਕਿਤੇ ਮਨ ਦੇ ਵਿੱਚ ਭਾਵੇਂ ਚੰਗਾ ਕਰਦਾ, ਪਰ ਕਿਤੇ ਨਾ ਕਿਤੇ ਚੰਗੇ ਕਰਮ ਉਹਨੂੰ ਬਚਾ ਲੈਂਦੇ ਨੇ, ਆਲਸ ਕਰ ਜਾਂਦਾ ਫਿਰ ਵੀ ਮਾੜੇ ਕਰਮਾਂ ਤੋਂ। ਕਹਿੰਦੇ ਐਸਾ ਜੋ ਪੁਰਸ਼ ਹੈ ਉਹ ਵਿਖਾਈ ਪੁਰਸ਼ ਹੈ। ਹੁਣ ਬਿਲਕੁਲ ਹੀ ਜਿਹੜਾ ਪਾਮਰ ਪੁਰਸ਼ ਹੈ, ਪਾਮਰ ਭਾਵ ਬਿਲਕੁਲ ਹੀ ਵਿਸ਼ਈ, ਜਿਹਨੂੰ ਆਪਾਂ ਕਹਿੰਦੇ ਆ, ਇੱਕ ਵਿਖੈ ਇੱਕ ਵਿਸ਼ਈ, ਦੋ ਸ਼ਬਦ ਨੇ। ਵਿਖੈ ਉਹ ਹੈ ਜਿਹੜਾ ਕਰਮ ਤਾਂ ਕਰਦਾ ਹੈ, ਪਰ ਕਿਤੇ ਨਾ ਕਿਤੇ ਮਨ ਡੋਲਦਾ ਹੈ, ਪਰ ਫਿਰ ਵੀ ਮਹਾਰਾਜ ਰੱਖ ਲੈਂਦੇ ਨੇ, ਉਹ ਵਿਖੈ ਪੁਰਸ਼ ਹੈ। ਇੱਕ ਵਿਸ਼ਈ ਹੈ, ਪਾਮਰ ਪੁਰਸ਼ ਹੈ, ਕਹਿੰਦੇ ਉਹ ਨਹੀਂ ਫਿਰ ਛੱਡ ਸਕਦਾ। ਵਿਸ਼ਈ ਤਾਂ ਭੋਗਾਂ ਵਿੱਚ ਹੀ ਲੱਗਿਆ ਰਹਿੰਦਾ, ਉਹ ਛੱਡ ਨਹੀਂ ਸਕਦਾ। ਤੇ ਵੇਹਤ ਕਰਮ ਜੋ ਧਾਰਮਿਕ ਗ੍ਰੰਥ ਕਹਿੰਦੇ ਨੇ, ਉਹਨਾਂ ਕਰਮਾਂ ਨੂੰ ਕਰਨ ਤੋਂ ਅਲਸਾਏ ਆਲਸ ਕਰਦਾ ਹੈ। ਕਹਿੰਦੇ ਉਹਦਾ ਹਾਲ ਪਤਾ ਕਿਹੋ ਜਿਹਾ ਪਾਮਰ ਪੁਰਸ਼ ਦਾ, ਕਿ ਜੇ ਤਾਂ ਲੋੜ ਹੈ ਫਿਰ ਤਾਂ ਭਗਤੀ ਕਰ ਲੈਣੀ ਹੈ, ਜੇ ਤਾਂ ਮਤਲਬ ਹੈ, ਸਿੱਧੇ ਸ਼ਬਦਾਂ ਵਿੱਚ ਕਹਾਂ ਵੀ ਜੇ ਤਾਂ ਮਤਲਬ ਹੈ ਫਿਰ ਤਾਂ ਉਹਦੇ ਦਰ ਘਰ ਵਿੱਚ ਆ ਵੀ ਜਾਣਾ ਹੈ, ਸਭ ਨਾਲ ਪਿਆਰ ਨਾਲ ਮਿੱਠਾ ਮਿੱਠਾ ਬੋਲ ਵੀ ਲੈਣਾ ਹੈ, ਸਾਰਿਆਂ ਨਾਲ ਪ੍ਰੇਮ ਵੀ ਕਰਨਾ ਹੈ, ਰੱਬ ਤੋਂ ਦਾਤਾਂ ਵੀ ਮੰਗ ਲੈਣੀਆਂ ਨੇ। ਥੋੜਾ ਚਿਰ ਕੰਮ ਕੀਤਾ, ਸੇਵਾ ਕੀਤੀ, ਸਿਮਰਨ ਕੀਤਾ ਤੇ ਘਰ ਨੂੰ ਚਲੇ ਜਾਣਾ। ਇਉਂ ਕਰਦੇ ਜਿਵੇਂ ਉਹ ਸਾਧ ਸੰਗਤ ਜੀ ਇੱਕ ਮਹਾਂਪੁਰਖ ਬਚਨ ਸੁਣਾਉਂਦੇ ਹੁੰਦੇ ਸਨ। ਕਹਿੰਦੇ ਮਹਾਂਪੁਰਖਾਂ ਕੋਲ ਇੱਕ ਬੀਬੀ ਆ ਗਈ, ਆ ਕੇ ਬੇਨਤੀ ਕੀਤੀ, ਮਹਾਂਪੁਰਖੋ ਬੱਚੇ ਦਾ ਵਿਆਹ ਨਹੀਂ ਹੋ ਰਿਹਾ, ਉਮਰ ਲੰਬੇਰੀ ਹੁੰਦੀ ਜਾਂਦੀ, ਹੁੰਦਾ ਹੈ ਨਾ, ਮਾਵਾਂ ਨੂੰ ਫਿਕਰ ਹੁੰਦਾ ਹੈ। ਇਸ ਪ੍ਰਕਾਰ ਕਹਿੰਦੇ ਮਹਾਂਪੁਰਖਾਂ ਕੋਲ ਆ ਕੇ ਬਚਨ ਕੀਤਾ। ਮਹਾਂਪੁਰਖ ਕਹਿੰਦੇ ਵੀ ਭਾਈ ਸੰਗਰਾਂਦ ਦਾ ਦੀਵਾਨ ਹੁੰਦਾ, ਆਇਆ ਕਰੋ।
ਲਾਹਾ ਪ੍ਰਾਪਤ ਕਰਿਆ ਕਰੋ। ਹਰ ਐਤਵਾਰ ਵੀ ਕੀਰਤਨ ਹੁੰਦਾ ਹੈ, ਜਪ ਤਪ ਹੁੰਦਾ ਹੈ, ਆਇਆ ਕਰੋ, ਹਾਜ਼ਰੀ ਭਰਿਆ ਕਰੋ, ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ। ਕਿਉਂਕਿ ਮਹਾਂਪੁਰਖਾਂ ਨੇ ਤਾਂ ਜੋੜਨਾ ਹੈ ਨਾ। ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹੋਂ ਬਕਉ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਕਹਿੰਦੇ ਉਹਦੇ ਵਾਸਤੇ ਤਾਂ ਜਿਸ ਪਿਆਰੇ ਸਿਓ ਨੇ ਹੋ, ਤਿਸ ਆਕੈ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਜਿਹਦੇ ਨਾਲ ਪ੍ਰੇਮ ਹੋਵੇ ਉਹਦੇ ਲਈ ਤੇ ਮਰ ਮਿਟੀਦਾ। ਪਰ ਕਹਿੰਦੇ ਜਿਹੜਾ ਪਾਮਰ ਹੈ ਉਹ ਫਿਰ ਮਤਲਬ ਨੂੰ ਹੀ ਕਰਦਾ। ਕਹਿੰਦੇ ਕੁਦਰਤੀ ਖੇਡ ਵਰਤੀ, ਜਦੋਂ 2-3 ਹਾਜ਼ਰੀਆਂ ਭਰੀਆਂ, ਆਉਂਦੇ ਰਹੇ, ਐਤਵਾਰ ਵੀ ਆਏ, ਸੰਗਰਾਂਦਾਂ ਵੀ ਲੰਘ ਗਈਆਂ। ਸੰਕਰਾਂਤ ਅਸਲ ਵਿੱਚ ਸ਼ਬਦ ਸੰਕਰਾਂਤ ਹੈ, ਬੇਨਤੀ ਕਰਦੇ ਹਾਂ। ਆਮ ਹੁਣ ਆਪਾਂ ਸੰਗਰਾਂਦ ਕਹਿੰਦੇ ਆ, ਅਸਲ ਵਿੱਚ ਹੈ ਸੰਕਰਾਂਤ। ਜਿਹੜੀ ਸੱਸੇ ਟਿੱਪੀ ਹੈ ਉਹਦਾ ਭਾਵ ਹੈ ਭਲੀ ਪ੍ਰਕਾਰ ਕ੍ਰਾਂਤੀ ਆਉਣੀ। ਕ੍ਰਾਂਤ ਸ਼ਬਦ ਹੈ, ਕ੍ਰਾਂਤੀ ਤੋਂ ਭਾਵ ਹੈ ਬਦਲਾਵ ਆਉਣਾ। ਜੀਵਨ ਦੇ ਵਿੱਚ ਮਾੜੇ ਕੰਮਾਂ ਤੋਂ ਆਲਸ ਕਰਕੇ ਚੰਗੇ ਕਰਮਾਂ ਵੱਲ ਵਧਣਾ, ਕ੍ਰਾਂਤੀ ਆਉਣੀ। ਭਲੀ ਪ੍ਰਕਾਰ ਜੀਵਨ ਬਦਲਣਾ, ਕ੍ਰਾਂਤੀ ਆਉਣੀ, ਇਹ ਸ਼ਬਦ। ਕਹਿੰਦੇ ਜਦੋਂ 2-3 ਸੰਕਰਾਂਤਾਂ ਲੰਘ ਗਈਆਂ ਤੇ ਬੀਬੀ ਪਤਾ ਕੀ ਆਂਦੀ, ਡੱਬਾ ਲੈ ਕੇ ਆ ਗਈ, ਬਾਬਾ ਜੀ ਵਿਆਹ ਤੇ ਹੋ ਗਿਆ। ਕਹਿੰਦੇ ਚੰਗਾ ਹੈ ਬਈ, ਵਧਾਈਆਂ ਵੀ ਪਰਿਵਾਰ ਨੂੰ, ਚੰਗੀ ਗੱਲ ਹੈ, ਹੋ ਗਿਆ। ਤੇ ਕਹਿੰਦੇ ਹੁਣ ਬੇਨਤੀ ਇਹ ਕਰਨੀ ਸੀ ਕਿ ਹੁਣ ਜਿਹੜੇ ਬਾਕੀ ਦੀਆਂ ਸੰਗਰਾਂਦਾਂ ਨੇ ਉਹ ਫਿਰ ਆਉਣ ਦੀ ਲੋੜ ਤਾਂ ਨਹੀਂ। ਇਹੋ ਜਿਹਾ ਹਾਲ ਹੁੰਦਾ। ਇਹ ਪਾਮਰ ਪੁਰਸ਼ਾਂ ਦੀ ਨਿਸ਼ਾਨੀ ਹੈ। ਭਾਵ ਜਦੋਂ ਮਤਲਬ ਸੀ ਆਉਂਦੇ ਰਹਿਣਾ ਹੈ, ਜਦੋਂ ਮਤਲਬ ਪੂਰਾ ਹੋ ਗਿਆ, ਆਪਣਾ ਉੱਲੂ ਸਿੱਧਾ ਕਰ ਲਿਆ, ਬਸ ਫਿਰ ਛੱਡ ਜਾਣਾ। ਪਰ ਕਹਿੰਦੇ ਇੱਦਾਂ ਨਹੀਂ ਚਾਹੀਦਾ। ਇਹ ਪਾਮਰਾਂ ਦੀ ਨਿਸ਼ਾਨੀ ਹੈ, ਵਿਸ਼ਈ ਪੁਰਖਾਂ ਦੀ ਨਿਸ਼ਾਨੀ ਹੈ। ਜਦੋਂ ਤੱਕ ਤਾਂ ਮਤਲਬ ਹੈ ਉਦੋਂ ਤੱਕ ਭਗਤੀ ਕਰਦੇ ਨਹੀਂ ਤੇ ਛੱਡ ਦਿੰਦੇ ਹਨ। ਕਹਿੰਦੇ ਜਿਹੜਾ ਪੂਰਨ ਤੌਰ ਤੇ ਦਿਲ ਹੋ ਮੁਹੱਬਤ ਜਿਨ ਸਈ ਸਚਿਆ। ਜਿਹੜਾ ਤੇ ਆਉ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੇ ਨਾਲ ਜੁੜਿਆ, ਕਹਿੰਦੇ ਉਹਦੀ ਫਿਰ ਭਾਵਨਾ ਬਣ ਜਾਂਦੀ ਹੈ, ਅੰਦਰੋਂ ਉਹਦੀ ਸ਼ਰਧਾ ਵੱਧ ਜਾਂਦੀ ਹੈ ਤੇ ਉਹਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ। ਨਿਤਾ ਪ੍ਰਤੀ ਜਿਹੜਾ ਸਤ ਸੰਗਤ ਕਰਦਾ, ਸੂਝਾ ਮਰਨਾ ਆਜ, ਉਹਨੂੰ ਸੂਝਾ ਭਾਵ ਸੁੱਝ ਜਾਂਦਾ ਹੈ। ਇਹ ਸੁਮਤ ਮਹਾਰਾਜ ਦੇ ਦਿੰਦੇ ਨੇ ਕਿ ਭਾਈ ਪਤਾ ਕੋਈ ਨਹੀਂ ਕਦੋਂ ਮੌਤ ਰੂਪ ਨਗਾਰਾ ਤੇਰੇ ਸਿਰ ਤੇ ਵੱਜ ਜਾਣਾ, ਕਦੋਂ ਚੋਟਾਂ ਵੱਜ ਜਾਣੀਆਂ ਨੇ। ਇਸ ਕਰਕੇ ਸਤ ਸੰਗਤ ਵਿੱਚ ਆਉਣਾ ਨਾ ਛੱਡੀ। ਸੂਝਾ ਮਰਨਾ ਆਜ, ਕਹਿੰਦੇ ਸਮਝ ਆ ਜਾਂਦੀ ਹੈ ਕਿ ਕੋਈ ਪਤਾ ਨਹੀਂ, ਹਮ ਆਦਮੀ ਹਾਂ ਇੱਕਦਮ ਹੀ ਮਹੁਲਤ ਮੋਹਤ ਨਾ ਜਾਣਾ। ਇੱਕ ਦਮ ਦੇ ਆਦਮੀ ਆ, ਪਤਾ ਕੋਈ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਪਤਾ ਨਹੀਂ। ਥੋੜੇ ਸਮੇਂ ਬਾਅਦ ਹੁਣ ਮਰ ਜਾਣਾ ਹੈ, ਜਾਂ ਬਾਹਰ ਜਾ ਕੇ ਕਿਤੇ ਸਵਾਸ ਨਿਕਲ ਜਾਣ, ਜਾਂ ਘਰ, ਪਤਾ ਹੀ ਨਹੀਂ। ਇਸ ਕਰਕੇ ਕਹਿੰਦੇ ਇੰਨੀ ਸਮਝ ਜਦੋਂ ਆ ਜਾਵੇ ਨਾ ਕਿ ਪਤਾ ਲੱਗ ਜਾਵੇ। ਇਸੇ ਕਰਕੇ ਮਹਾਰਾਜ ਕਹਿੰਦੇ ਨੇ, ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਕਿ ਸੋਚਿਆ ਨਾ ਕਰ ਕਿ ਮੈਂ ਕੱਲ ਨੂੰ ਨਾਮ ਜਪਾਂਗਾ, ਪਰਸੋਂ ਨੂੰ ਉੱਠ ਕੇ ਕਰ ਲਵਾਂਗਾ। ਕਈ ਤੇ ਅੰਮ੍ਰਿਤ ਵੇਲਾ ਇਉਂ ਸੰਭਾਲਦੇ ਆਲਸ ਵਿੱਚ, ਅੱਜ ਮਨ ਬਣਾ ਲਿਆ ਵੀ ਨਹੀਂ ਸਵੇਰੇ ਉੱਠਾਂਗੇ, ਪੱਕਾ ਉੱਠਣਾ ਹੈ 3 ਵਜੇ ਜਾਂ 5 ਵਜੇ ਕਹਿ ਲਓ। ਉਹ ਫਿਰ ਜਦੋਂ 3 ਵਜੇ ਨਾ ਹੌਲੀ ਹੌਲੀ ਨਹੀਂ ਰਹਿਣ ਹੀ ਦਿੰਦੇ ਆ। 3 ਵਜੇ ਨੇ 4 ਵਜੇ ਨਾਲ ਉੱਠਦੇ, ਫਿਰ 4 ਵੱਜ ਜਾਂਦੇ 5। ਇਸ ਕਰਕੇ ਫਿਰ ਆਲਸ ਪਿਆ ਰਹਿੰਦਾ, ਨੀਂਦ ਦੇ ਨਾਲ ਘਿਰਿਆ ਰਹਿੰਦਾ। ਫਿਰ ਪਤਾ ਕਹਿੰਦਾ ਕੋਈ ਨਹੀਂ ਕੱਲ ਹੀ ਕਰਾਂਗੇ। ਪਰ ਮਹਾਰਾਜ ਕਹਿੰਦੇ ਕਬੀਰ ਕਾਲ ਕਰੰਤਾ ਅਬ ਹੈ ਕਰ, ਜੋ ਤੂੰ ਕਹਿੰਦੇ ਕੱਲ ਕਰਨਾ ਉਹ ਹੁਣੇ ਕਰ ਲੈ। ਅਬ ਕਰਤਾ ਸੋਏ ਤਾਲ, ਕਹਿੰਦੇ ਪਾਛੇ ਕਛੂ ਨਾ ਹੋਏਗਾ। ਜੋ ਸਰ ਪਰ ਆਵੇ ਕਾਲ, ਪਤਾ ਕੋਈ ਨਹੀਂ ਕੀ ਹੋ ਜਾਣਾ ਹੈ, ਪਤਾ ਕੋਈ ਨਹੀਂ ਜਦੋਂ ਸਿਰ ਦੇ ਉੱਤੇ ਮੌਤ ਰੂਪੀ ਡੰਕਾ ਵੱਜ ਜਾਵੇ। ਇਸ ਕਰਕੇ ਮਹਾਰਾਜ ਕਹਿੰਦੇ ਜੇ ਤਾਂ ਕਹਿੰਦੇ ਭਾਵਨਾ ਬਣਾ ਕੇ ਤੈਨੂੰ ਗਿਆਨ ਹੋ ਜਾਵੇ ਕਿ ਪਤਾ ਨਹੀਂ ਕਿਹੜੇ ਵੇਲੇ ਮੌਤ ਦਾ ਸਮਾਂ ਆ ਜਾਣਾ ਹੈ। ਪਤਾ ਕੋਈ ਨਹੀਂ, ਇਸ ਕਰਕੇ ਸਮਝ ਲੈ ਤੇ ਕਹਿੰਦੇ ਗਿਆਨ ਲੈ ਕਰਕੇ ਜਿਹਨੂੰ ਇਹ ਸਮਝ ਆ ਜਾਂਦੀ ਹੈ ਆਪਾ ਜਾਣ ਲੈਂਦਾ। ਧਿਆਨ ਇਕਾਗਰ ਕਰਕੇ ਨਾਮ ਜਪ ਕੇ ਸੇਵਾ ਸਿਮਰਨ ਵਿੱਚ ਜੁੜ ਕੇ ਭਜਨ ਬੰਦਗੀ ਸਿਮਰਨ ਅਭਿਆਸ ਕਰਕੇ ਕਹਿੰਦੇ ਉਹੀ
ਗੁਰੂ ਸਮਾਜ ਭਾਵ ਜੋ ਸਤਿਗੁਰਾਂ ਦਾ ਸਮਾਜ ਕਿਹੜਾ? ਆ ਸਤ ਸੰਗਤ ਰੂਪੀ ਮਾਨ ਸਰੋਵਰ, ਜਿਹੜਾ ਕਹਿੰਦੇ ਇਸ ਮਾਨ ਸਰੋਵਰ ਵਿੱਚ ਚੁੱਭਾ ਲਾਉਂਦਾ ਰਹਿੰਦਾ ਹੈ, ਮਹਾਰਾਜ ਫਿਰ ਉਹਨੂੰ ਸੱਚਖੰਡ ਦੇ ਵਿੱਚ ਥਾਂ ਦਿੰਦੇ ਨੇ। ਗੁਰੂ ਸਮਾਜ ਭਾਵ ਲੋਕ ਪਰਲੋਕ ਸੁਹੇਲਾ ਕਰ ਦਿੰਦੇ ਹਨ। ਕਹਿੰਦੇ ਚੇਤਾ ਰੱਖਿਓ, ਜਿਹੋ ਜੀ ਮਨੁੱਖ ਦੀ ਬਿਰਤੀ ਹੈ, ਜਿਹੋ ਜਿਹੇ ਵਿਚਾਰ ਨੇ, ਉਹੋ ਜਿਹਾ ਮਨ ਤੁਰੰਗਾ ਭਾਵ ਤਰੰਗਾਂ ਵਿੱਚ ਭਟਕਦਾ ਹੈ, ਉਹੋ ਜਿਹਾ ਹੀ ਕਹਿੰਦੇ ਖਿਆਲ ਚਿਤਵਦਾ ਹੈ। ਦਿਨ ਵਿੱਚ ਵੀ ਉਹੋ ਜਿਹੇ ਖਿਆਲ, ਰਾਤ ਵਿੱਚ ਵੀ ਉਹੋ ਜਿਹੇ ਖਿਆਲ, ਸੁਪਨੇ ਵਿੱਚ ਵੀ ਉਹੋ ਜਿਹੇ ਖਿਆਲ। ਜਿਹੋ ਜੀ ਵਾਸ਼ਨਾ ਹੈ, ਜਿਹੋ ਜੀ ਬਿਰਤੀ ਹੈ, ਉਹੋ ਜਿਹੀ ਚਿੱਤ ਦੀ ਤਰੰਗਾਂ ਹੁੰਦੀਆਂ ਹਨ। ਕਹਿੰਦੇ ਜਾਂ ਫਿਰ ਇਉਂ ਜਾਣ ਲੈਣਾ ਕਰੋ, ਜਿਹੜੇ ਸੁਖੀ ਨੇ ਨਾ ਉਹ ਤਾਂ ਸੁਖੀ ਨੇ ਹੋਵੇ ਬ੍ਰਹਮ ਕੋ ਰੰਗ, ਉਹਨਾਂ ਨੂੰ ਬ੍ਰਹਮ ਦਾ ਰੰਗ ਲੱਗ ਗਿਆ, ਉਹ ਤਾਂ ਸੁਖੀ ਹੁੰਦੇ ਨੇ ਜਿਹੜੇ ਸੁਖੀ ਨੇ। ਕਹਿੰਦੇ ਜਾਂ ਫਿਰ ਇਉਂ ਕਹਿ ਲਓ ਕਿ ਜਿਹੜਾ ਸਤਿਗੁਰਾਂ ਦੇ ਨਾਲ ਜੁੜ ਜਾਂਦਾ ਹੈ ਨਾ, ਉਸ ਦਾ ਜਿਹੜਾ ਬ੍ਰਹਮ ਦੇ ਨਾਲ ਪ੍ਰੇਮ ਹੈ ਉਹ ਕਹਿੰਦੇ ਪੈ ਜਾਂਦਾ ਹੈ। ਬ੍ਰਹਮ ਰੰਗ ਚੜ ਜਾਂਦਾ ਭਾਵ ਲਾਲ ਰੰਗ ਤਿਸ ਕੋ ਲੱਗਾ, ਐਸਾ ਰੰਗ ਲੱਗ ਜਾਂਦਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ, ਪ੍ਰਭ ਪਾਇਆ ਸੁਖਦਾਈਆ ਮਿਲੇ ਆਪ ਬੰਧਾਏ, ਸਹਿਜ ਸਮਾਨਾ ਭੀਤਰੇ ਛੋੜਿਆ ਨਹਿ ਜਾਏ। ਫਿਰ ਛੱਡਿਆ ਨਹੀਂ ਜਾਂਦਾ। ਆਪਾਂ ਪੜ੍ਹਦੇ ਆ ਮੂੰਹ ਲਾਲਣ ਸਿਓ ਪ੍ਰੀਤ ਬਣੀ, ਜਦੋਂ ਲਾਲਣ ਭਾਵ ਪਿਆਰੇ ਨਾਲ ਪ੍ਰੇਮ ਪੈ ਜੇ ਫਿਰ ਤੋਰੀ ਨਾ ਟੂਟੈ ਸ਼ੋਰੀ ਨਾ ਛੂਟੈ। ਫਿਰ ਕੋਈ ਛਡਾਉਣ ਦੀ ਵੀ ਕੋਸ਼ਿਸ਼ ਕਰੇ ਤੇ ਛੁੱਟਦੀ ਨਹੀਂ, ਤੋਰੀ ਨਾ ਟੂਟੈ, ਤੋੜਨ ਦੀ ਵੀ ਕੋਸ਼ਿਸ਼ ਕਰੇ ਤਾਂ ਟੁੱਟਦੀ ਨਹੀਂ। ਕਹਿੰਦੇ ਐ ਗੁਰਸਿੱਖਾ ਤੂੰ ਵੀ ਏਦਾਂ ਦੀ ਪ੍ਰੀਤ ਕਰ, ਮਾਲਕ ਕੀ ਅਰਦਾਸ ਕਰ, ਐ ਮਾਧੋ ਮਾਇਆ ਦੇ ਸੁਆਮੀ ਮਾ ਐਸੀ ਮਾਧੋ ਖਿੰਚ ਤਣੀ। ਕਹਿੰਦੇ ਮੈਂ ਤੁਹਾਡੇ ਦਰ ਤੇ ਆਇਆ, ਝੋਲੀਆਂ ਅੱਡ ਕੇ ਮੰਗ ਲਓ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਪ੍ਰੇਮ ਦਾ ਰੰਗ ਚੜਾ ਦਿਓ, ਪ੍ਰੀਤ ਦਾ ਐਸਾ ਰੰਗ ਚੜਾ ਦੇਵੋ, ਐਸੀ ਗੰਢ ਮਾਰ ਦੇਵੋ ਜਿਹੜੀ ਕਦੇ ਵੀ ਟੁੱਟੇ ਨਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪ੍ਰੇਮ ਦਾ ਪ੍ਰੀਤ ਦਾ ਐਸਾ ਰੰਗ ਚੜਾ ਦੇਵੋ। ਇਸ ਕਰਕੇ ਮਹਾਰਾਜ ਕਹਿੰਦੇ ਉਹ ਤਾਂ ਫਿਰ ਸੂਰਮਾ ਹੈ ਭਾਈ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ ਸੂਰਮਾ। ਆਤਮ ਜਿਣੈ ਸਗਲ ਵਸਤਾ ਕੈ, ਜਿਨੇ ਆਪਣਾ ਆਪ ਜਿੱਤ ਲਿਆ ਮਨ ਜੀਤੈ ਜਗ ਜੀਤ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਸ਼ਰਨ ਵਿੱਚ ਆ ਜਾ, ਨਾਮ ਜਪਣਾ ਸ਼ੁਰੂ ਕਰ ਦੇ। ਅੱਜ ਮਨ ਡੋਲ ਰਿਹਾ, ਹੌਲੀ 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 ਰੰਗ ਲਾਗਤ 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 ਹੈ, ਕਿਰਪਾ ਹੋਣੀ ਸ਼ੁਰੂ ਹੋ ਜਾਏਗੀ। ਭਾਓ ਭਾਗਤ 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 ਹੈ, ਜਮਾ ਦਾ ਡਰ ਦੂਰ ਹੋਣਾ ਸ਼ੁਰੂ ਹੋ ਜਾਏਗਾ। ਪਰ ਕਹਿੰਦੇ ਸ਼ਰਣੀ ਪਾਵਨ, ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਜਨ ਕੇ ਚਰਨ ਵਸ ਹੈ ਮੇਰੇ ਹੀ ਰਹਿ, ਸੰਗ ਪੁਨੀਤਾ ਦੇਹੀ, ਜਨ ਕੀ ਧੂੜ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਇਹ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਐਸਾ ਇਹ ਬ੍ਰਹਮ ਦਾ ਰੰਗ ਚੜ ਜਾਂਦਾ ਹੈ। ਪੂਰਨ ਗੁਰ ਤੇ ਪੂਰਨੋ, ਫਿਰ ਪੂਰਨ ਗੁਰੂ ਸਾਹਿਬ ਤੇ ਭਰੋਸਾ ਵੱਜ ਜਾਂਦਾ, ਵਿਸ਼ਵਾਸ ਵੱਜ ਜਾਂਦਾ। ਫਿਰ ਕੋਈ ਮੜੀਆਂ ਮਸਾਣੀਆਂ ਮੂਰਤਾਂ ਨੂੰ ਨਹੀਂ ਪੂਜਦਾ ਸਿੱਖ, ਪੂਰਨ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਾਸ਼ਕ ਹੋ ਜਾਂਦਾ। ਇਸ ਕਰਕੇ ਕਹਿੰਦੇ ਪੂਰਨ ਘਟੇ ਨਾ ਅੰਗ, ਐਸਾ ਉਹਦਾ ਅੰਗ ਪ੍ਰੇਮ ਲੱਗ ਜਾਂਦਾ ਜਿਹੜਾ ਕਦੀ ਵੀ ਘਟੇ ਨਾ, ਭਾਵ ਘਟਦਾ ਨਹੀਂ ਹੈ। ਕਹਿੰਦੇ ਇੱਕ ਸਮਾਂ ਐਸਾ ਆ ਜਾਂਦਾ ਹੈ, ਮੁਕਤ ਜੁਗਤ ਬਪੁਰੀ ਕਹਾ, ਬਪੁਰੀ ਤੋਂ ਭਾਵ ਵਿਚਾਰੀ। ਕਹਿੰਦੇ ਸਮਾਂ ਇਹੋ ਜਿਹਾ ਆ ਬਣਦਾ ਫਿਰ ਸਿੱਖ ਨੂੰ ਨਾ ਇੱਛਾ ਨਹੀਂ ਕੋਈ ਰਹਿੰਦੀ, ਭਾਵ ਜਦੋਂ ਆਪਾਂ ਨਾਮ ਜਪਣਾ ਸ਼ੁਰੂ ਕਰਦੇ ਨਾ, ਇਹ ਨਹੀਂ ਕਿ ਆਪਾਂ ਕਹਿ ਸਕਦੇ ਕਿ ਉਸ ਨੂੰ ਸਾਧ ਸੰਗਤ ਜੀ ਸਾਰਾ ਕੁਝ ਹੀ ਮਿਲ ਜਾਂਦਾ ਹੈ ਜਾਂ ਜੋ ਕਹਿਣਾ ਸ਼ੁਰੂ ਕਰ ਦਿੰਦਾ ਹੋ ਜਾਂਦਾ ਹੈ, ਦੁੱਖ ਨਹੀਂ ਆਉਂਦੇ। ਨਹੀਂ ਨਹੀਂ, ਅਸਲ ਵਿੱਚ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਨੇ, ਜਿੱਥੇ ਸਾਰੀਆਂ ਬਖਸ਼ਿਸ਼ਾਂ ਕਰਦੇ ਨੇ ਨਾ, ਉਹਦੇ ਨਾਲ ਨਾਲ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ, ਜੇ ਦੁੱਖ ਆ ਗਿਆ ਨਾ ਸਹਿਣ ਸ਼ਕਤੀ ਮਿਲ ਜਾਂਦੀ ਹੈ, ਉਸ ਦੁੱਖ ਨੂੰ ਮਹਿਸੂਸ ਨਹੀਂ ਕਰਦਾ। ਫਿਰ
ਕੋਈ ਨਹੀਂ ਕਹਿੰਦਾ ਭਾਣੇ ਵਿੱਚ ਆ ਜੋ ਮਹਾਰਾਜ ਨੇ ਕਿਹਾ ਸਾਨੂੰ ਸਿਖਾਇਆ ਕਿ ਭਾਣੇ ਵਿੱਚ ਚੱਲੋ। ਇਸ ਕਰਕੇ ਕਹਿੰਦੇ ਭਾਣਾ ਮੰਨਣਾ ਆ ਜਾਂਦਾ, ਰਜਾ ਵਿੱਚ ਚੱਲਣਾ ਆ ਜਾਂਦਾ, ਤੇ ਜਿਹਨੂੰ ਆਗਿਆ ਵਿੱਚ ਚੱਲਣਾ ਆ ਗਿਆ ਉਹਦੇ ਤੇ ਫਿਰ ਧਨ ਧਨ ਦੇ ਯੋਗ ਹੋ ਜਾਂਦਾ, ਧਨਤਾ ਯੋਗ ਹੋ ਜਾਂਦਾ ਨਾ ਉਹ ਤਾਂ। ਇਸ ਪ੍ਰਕਾਰ ਕਹਿੰਦੇ ਜਦੋਂ ਹੌਲੀ ਹੌਲੀ ਨਾਮ ਜਪਦਾ ਅਵਸਥਾ ਇਹੋ ਜੀ ਬਣ ਜਾਂਦੀ, ਸਾਚਾ ਨਾਮ ਮੇਰਾ ਆਧਾਰੋ, ਆਧਾਰ ਬਣ ਜਾਂਦਾ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ, ਸਭ ਗਵਾਈਆਂ ਇੱਛਾਵਾਂ ਦੀ ਪੂਰਤੀ ਖਤਮ ਹੋ ਜਾਂਦੀ, ਕਿਸੇ ਪ੍ਰਕਾਰ ਦੀ ਕੋਈ ਇੱਛਾ ਰਹਿ ਹੀ ਨਹੀਂ ਜਾਂਦੀ। ਕਹਿੰਦੇ ਮਨੁੱਖ ਇੱਥੋਂ ਤੱਕ ਵੀ ਕਹਿ ਦਿੰਦਾ ਹੈ ਕਿ ਮੈਨੂੰ ਮੁਕਤੀ ਦੀ ਵੀ ਲੋੜ ਨਹੀਂ, ਮਾਲਕਾ ਸਾਨੂੰ ਕੀ ਲੋੜ ਹੈ ਮੁਕਤੀਆਂ ਜੁਗਤੀਆਂ, ਦਲੀਲਾਂ ਸਿਆਣਪਾਂ ਸੀ ਕੀ ਕਰਨੀਆਂ ਨੇ। ਆਪਾਂ ਪੜ੍ਹਦੇ ਆ ਨਾ, ਕਿਆ ਸਲਾਹੀ ਸੱਚੇ ਪਾਤਸ਼ਾਹ ਜਾਤੂ ਸੁਗੜ ਸੁਜਾਨ। ਜਿੱਥੇ ਤੇਰੇ ਵਰਗੇ ਸਿਆਣੇ ਹੋਣ ਉੱਥੇ ਸਾਡੇ ਵਰਗਿਆਂ ਦੇ ਸਲਾਹ ਮਸ਼ਵਰੇ ਕਾਹਦੇ ਕੰਮ ਨੇ, ਕਿਸੇ ਕੰਮ ਨਹੀਂ। ਕਿਆ ਸਲਾਹੀ, ਅਸੀਂ ਕੀ ਸਲਾਹ ਕਰੀਏ। ਤੇ ਕਹਿੰਦੇ ਮੈਂ ਕਿਆ ਸਲਾਹੀ ਜਾ, ਇਉਂ ਕਹੋ ਮੈਂ ਕੀ ਵਡਿਆਈ ਕਰਾਂ ਮਾਲਕਾ, ਕਿਆ ਸਲਾਹੀ, ਮੇਰੇ ਕੋਲ ਸ਼ਬਦ ਨਹੀਂ, ਤੂੰ ਬੇਅੰਤ ਹੈ, ਬੇਅੰਤ ਹੈ, ਤੂੰ ਹੀ ਤੂੰ ਹੀ ਤੂੰ ਹੀ ਹੈ ਬਸ। ਮੈਂ ਕੀ ਸਲਾਹੀ ਕੀ ਸੋਭਾ ਕਰਾਂ। ਸੱਚੇ ਪਾਤਸ਼ਾਹ ਜਾ ਤੂੰ ਸੁਗੜ ਸੁਜਾਨ, ਤੁਹਾਡੇ ਵਰਗਾ ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ। ਜਦੋਂ ਦੇ ਮੈਂ ਤੁਹਾਡੇ ਚਰਨ ਗਹੇ ਭਾਵ ਪਕੜ ਲਏ ਨੇ, ਫੜ ਲਏ ਨੇ, ਬਚਨ ਮੰਨਣੇ ਸ਼ੁਰੂ ਕਰ ਦਿੱਤੇ ਨੇ, ਉਦੋਂ ਦਾ ਇਸ ਅੱਖ ਥੱਲੇ ਆਇਆ ਹੀ ਕੋਈ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਇਸ ਕਰਕੇ ਕਹਿੰਦੇ ਮੁਕਤੀਆਂ ਦੀ ਵੀ ਲੋੜ ਨਹੀਂ, ਇਹ ਤਾਂ ਵਿਚਾਰੀ ਫਿਰ ਐਵੇਂ ਹੀ ਬਣ ਜਾਂਦੀ ਹੈ। ਐਸਾ ਗੂੜਾ ਰੰਗ ਚੜ ਜਾਂਦਾ ਹੈ ਨਾਮ ਦਾ। ਮੂੜ ਮੂੜ ਕਹਿੰਦੇ ਤਾਂ ਮੂੜੇ ਮੂਰਖ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਪੰਜ ਤੱਤ ਜਦੋਂ ਅੱਡ ਅੱਡ ਹੋ ਗਏ, ਇਸ ਪ੍ਰਕਾਰ ਹਵਾ ਪਾਣੀ ਅੱਗ ਮਿੱਟੀ ਆਕਾਸ਼, ਇਹ ਜਿਹੜੇ ਪੰਜ ਤੱਤ ਨੇ ਨਾ, ਕਹਿੰਦੇ ਜਦੋਂ ਮਨੁੱਖ ਦੇ ਅੰਦਰੋਂ ਆਤਮਾ ਨਿਕਲ ਜਾਂਦੀ, ਇਹ ਬ੍ਰਹਮ ਦੀ ਵਿਚਾਰ ਹੈ। ਫਿਰ ਬੇਨਤੀ ਕਰ ਰਹੇ ਹਾਂ, ਕਹਿੰਦੇ ਫਿਰ ਨਾ ਜਦੋਂ ਆਤਮਾ ਨਿਕਲ ਜਾਂਦੀ, ਜੋਤ ਨਿਕਲ ਜਾਂਦੀ ਹੈ। ਇਸ ਸੰਸਾਰ ਦੇ ਮੂਰਖ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਮਰ ਗਿਆ। ਨਹੀਂ ਨਹੀਂ, ਗੁਰਬਾਣੀ ਕਹਿੰਦੀ ਕੌਣ ਮੂਆ ਰੇ, ਕੌਣ ਮੂਆ ਭਾਈ, ਮਰਦਾ ਕੌਣ ਹੈ, ਮਰਦਾ ਥੋੜਾ ਕੋਈ, ਆਤਮਾ ਥੋੜਾ ਮਰਦੀ ਹੈ। ਆਤਮਾ ਤਾਂ ਸਦਾ ਹੈ, ਸਤ ਚਿਤ ਆਨੰਦ ਸਵਰੂਪ ਹੈ, ਸदैव ਹੈ, ਸदैव ਕਾਲ ਤੱਕ ਰਹਿਣ ਵਾਲੀ ਹੈ। ਬ੍ਰਹਮ ਦਾ ਪਸਾਰਾ ਪਸਰਿਆ ਹੋਇਆ, ਆਤਮਾ ਨਹੀਂ ਮਰਦੀ, ਇਹ ਭੁਲੇਖਾ ਪਿਆ ਹੋਇਆ ਹੈ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਭਇਆ, ਇਹ ਤਾਂ ਜੋਤ ਗਈ ਹੈ, ਆਪੇ ਵਿੱਚ ਜਾ ਕੇ ਲੀਨ ਹੋ ਗਈ ਹੈ, ਕੋਈ ਫਰਕ ਥੋੜਾ ਪਿਆ ਹੈ। ਇਸ ਕਰਕੇ ਕਹਿੰਦੇ ਭੁਲੇਖਾ ਹੈ, ਮੂਰਖਾਂ ਨੂੰ ਭੁਲੇਖਾ ਪੈ ਜਾਂਦਾ ਹੈ। ਕਿਵੇਂ ਦਾ ਭੁਲੇਖਾ ਹੈ? ਜਿਵੇਂ ਮਨੁੱਖ ਨੂੰ ਸੁਪਨੇ ਵਿੱਚ ਭੁਲੇਖਾ ਪੈ ਜਾਂਦਾ। ਜਿਵੇਂ ਆਪਾਂ ਕੱਲ ਵੀ ਪੜ੍ਹਿਆ ਸੀ, ਸੰਖੇਪ ਬੇਨਤੀ ਕਰਾਂ, ਸਮਾਂ ਬਹੁਤਾ ਨਹੀਂ। ਨਰਪਤ ਏਕ ਸੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਕਹਿੰਦੇ ਰਾਜਾ ਸੁਪਨੇ ਵਿੱਚ ਸੁੱਤਾ ਪਿਆ ਸੀ, ਉਹਨੂੰ ਸੁਪਨਾ ਆਇਆ ਕਿ ਉਹ ਭਿਖਾਰੀ ਬਣ ਕੇ ਭਿਕਸ਼ਾ ਮੰਗ ਰਿਹਾ, ਸੜਕ ਤੇ ਬੈਠਾ ਹੈ। ਵੇਖੋ ਰਾਜੇ ਨੂੰ ਸੁਪਨਾ ਆ ਗਿਆ, ਉਹ ਤਾਂ ਹਿੱਲ ਗਿਆ ਇੱਕ ਵਾਰੀ ਵੀ ਆਹ ਕੀ ਹੋ ਗਿਆ, ਮੇਰਾ ਰਾਜ ਭਾਗ ਕਿੱਥੇ ਗਿਆ, ਮੈਂ ਭਿਖਾਰੀ ਬਣ ਗਿਆ। ਐਡਾ ਰਾਜ ਭਾਗ ਸੀ, ਇੰਨੇ ਸੈਨਿਕ ਸਿਪਾਹੀ ਸਨ, ਇੰਨਾ ਧਨ ਮਾਲ ਸੀ, ਹਾਥੀ ਘੋੜੇ, ਕਿੱਥੇ ਮੈਂ ਪਰਿਵਾਰ ਵਿੱਚ ਰਹਿੰਦਾ ਸੀ, ਮੈਂ ਭਿਕਸ਼ਾ ਮੰਗ ਰਿਹਾ। ਤੜਫਦਾ ਹੈ, ਵਿਲਕਦਾ ਹੈ, ਦੁੱਖ ਪ੍ਰਾਪਤ ਹੋਇਆ ਕਹਿੰਦੇ। ਪਰ ਅਸਲ ਵਿੱਚ ਹੋਇਆ ਕਿ ਜਦੋਂ ਜਾਗ ਆਈ, ਵੇਖ ਕੇ ਖੁਸ਼ ਹੋ ਗਿਆ ਵੀ ਇਹ ਤਾਂ ਸੁਪਨਾ ਹੀ ਸੀ, ਮੈਂ ਤੇ ਐਵੇਂ ਹੀ ਮਹਿਸੂਸਿਆ ਰਿਹਾ, ਐਵੇਂ ਹੀ ਰੁੱਸ ਗਿਆ, ਮੈਂ ਤੇ ਐਵੇਂ ਹੀ ਦੁੱਖ ਪ੍ਰਾਪਤ ਕੀਤਾ। ਇਸ ਕਰਕੇ ਕਹਿੰਦੇ ਫਿਰ ਜਿਹੋ ਜੀ ਵਾਸ਼ਨਾ ਮਨੁੱਖ ਦੀ ਹੁੰਦੀ ਹੈ ਨਾ, ਜਿਹੋ ਜੀ ਸੁਪਨੇ ਵਿੱਚ ਬਿਰਤੀ ਹੁੰਦੀ ਹੈ, ਜਾਂ ਇਉਂ ਕਹਿ ਲਓ ਜਿਹੜਾ ਸੁਪਨੇ ਰੂਪ ਸੰਸਾਰ ਹੈ, ਇਸ ਦੇ ਵਿੱਚ ਜਦੋਂ ਮਨੁੱਖ ਜਿਸ ਤਰ੍ਹਾਂ ਦਾ ਖਿਆਲ ਚਿਤਵਦਾ ਹੈ, ਉਹ ਇਕੱਠੇ ਹੁੰਦੇ ਰਹਿੰਦੇ ਨੇ। ਜੇ ਮਾੜੇ ਖਿਆਲ ਚਿਤਵਦਾ, ਮਾੜੇ ਇਕੱਠੇ ਹੁੰਦੇ ਨੇ, ਚੰਗੇ ਚਿਤਵਦਾ ਹੈ, ਚੰਗੇ ਇਕੱਠੇ ਹੁੰਦੇ। ਪਰ ਜਦੋਂ ਕਹਿੰਦੇ ਫਿਰ ਅੰਤ ਸਮਾਂ ਆਉਂਦਾ ਹੈ, ਗੜੀ ਵਾਸ਼ਨਾ ਗੂੜ, ਕਹਿੰਦੇ ਉਹ ਐਸੀਆਂ ਵਾਸ਼ਨਾਵਾਂ ਵਿੱਚ ਘਿਰ ਜਾਂਦਾ ਹੈ,
ਫਿਰ ਉਹਨੂੰ ਅਗਾਂਹ ਦਾ ਜੋ ਲੇਖਾ ਜੋਖਾ ਕਰਕੇ ਹਿਸਾਬ ਕਿਤਾਬ ਹੋ ਕੇ ਗਾਂਹ ਨਿਬੜਦਾ ਹੈ। ਕਹਿੰਦੇ ਫਿਰ ਕੀ ਹੁੰਦਾ ਹੈ, ਉਸ ਨੂੰ ਉਸੇ ਵਾਸ਼ਨਾਵਾਂ ਦੇ ਤਹਿਤ ਪੁਨਰ ਜਨਮ ਹੋ ਜਾਂਦਾ, ਉਹਦਾ ਦੁਬਾਰਾ ਜਨਮ ਹੋ ਜਾਂਦਾ। ਜੇ ਤਾਂ ਇੱਛਾ ਹੋਵੇ ਨਾ ਕੇਵਲ ਨਾਮ ਦੀ, ਫਿਰ ਤਾਂ ਅਭੇਦ ਹੋ ਜਾਂਦਾ। ਤੇ ਜੇ ਹੋਰ ਪਦਾਰਥਾਂ ਦੀ ਇੱਛਾ ਹੋਵੇ, ਫਿਰ ਕਹਿੰਦੇ ਉਸੇ ਅਨੁਸਾਰ ਹੀ ਜਿਹੋ ਜੀ ਵਾਸ਼ਨਾ ਹੁੰਦੀ ਹੈ ਉਹੋ ਜਿਹਾ ਹੀ ਚਿੱਤ ਹੋ ਜਾਂਦਾ, ਗਾਂ ਉਹੋ ਜਿਹਾ ਹੀ ਉਹਦਾ ਕਹਿੰਦੇ ਮਨ ਹੋ ਜਾਂਦਾ, ਉਸੇ ਅਨੁਸਾਰ ਹੀ ਉਹਦਾ ਪੁਨਰ ਜਨਮ ਹੁੰਦਾ ਹੈ। ਕਹਿੰਦੇ ਇਹਨਾਂ ਵਾਸ਼ਨਾ ਨੂੰ ਖੈ ਕਰ ਲੈ, ਨਾਸ਼ ਕਰ ਲੈ, ਨਿਤ ਸਤਿਗੁਰਾਂ ਦਾ ਨਾਮ ਜਪ ਕੇ। ਸਤਨਾਮ ਸ਼੍ਰੀ ਵਾਹਿਗੁਰੂ ਇਉਂ ਜਪਦਾ ਰਿਹਾ ਕਰ, ਉਸ ਸਤ ਚਿਤ ਆਨੰਦ ਸਰੂਪ ਨੂੰ ਧਿਆਇਆ ਕਰ, ਨਿਤ ਵਿਚਾਰ ਕਰਿਆ ਕਰ, ਵਾਸ਼ਨਾਵਾਂ ਨੂੰ ਖਤਮ ਕਰ ਲੈ। ਇਸ ਤੋਂ ਹੀ ਤੇਰਾ ਜਨਮ ਮਰਨ ਕਟਿਆ ਜਾਵੇਗਾ, 84 ਲੱਖ ਗੇੜ ਜੂਨਾ ਤੋਂ ਨਿਜਾਕਤ ਪ੍ਰਾਪਤ ਹੋ ਜਾਵੇਗੀ। ਨਹੀਂ ਤੇ ਹੋਵੇਗਾ ਕੀ, ਜੇ ਵਾਸ਼ਨਾਵਾਂ ਤੇ ਕਾਬੂ ਨਾ ਪਾ ਸਕਿਆ, ਮਹਾਰਾਜ ਕਹਿੰਦੇ ਫਿਰ ਸਮਾਂ ਆਵੇਗਾ ਤੇਰੀ ਇਹੋ ਜੀ ਹਾਲਤ ਬਣ ਜਾਵੇਗੀ, 4 ਪਾਮ 2 ਸਿੰਘ ਗੁੰਗ ਮੁਖ। ਧਿਆਨ ਦੇ ਕਰਕੇ ਸਮਝਿਓ, 4 ਪਾਮ 2 ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਕਹਿੰਦੇ 4 ਪੈਰ ਹੋ ਜਾਣੇ ਨੇ, 4 ਪਾਮ 2 ਸਿੰਘ, 2 ਤੇਰੇ ਕਹਿੰਦੇ ਸਿੰਘ ਲੱਗ ਜਾਣੇ ਨੇ ਸਿਰ ਤੇ, ਮੁਖ ਗੁੰਗ, ਮੁਖ ਤੋਂ ਗੂੰਗਾ ਹੋ ਜਾਵੇਂਗਾ। ਤਬ ਕੈਸੇ ਗੁਣ ਗਈ ਹੈ, ਫਿਰ ਕਿਵੇਂ ਨਾਮ ਜਪੇਗਾ। ਇਸ ਕਰਕੇ ਮਹਾਰਾਜ ਕਹਿੰਦੇ ਧਿਆਇਆ ਕਰ। ਅਰਦਾਸ ਕਰੀਏ, ਮਾਲਕ ਜੀ ਦਾਤ ਝੋਲੀ ਪਾਵੋ, ਨਾਮ ਦੀ ਦਾਤ ਝੋਲੀ ਪਾ ਦਿਓ। ਇਹੀ ਬੇਨਤੀ ਕਰੀਏ, ਸੇਵਾ ਸਿਮਰਨ ਦੀ ਦਾਤ ਝੋਲੀ ਪਾ ਦਿਓ, ਬਾਣੇ ਬਾਣੀ ਨਾਲ ਜੋੜ ਲਵੋ। ਇਸ ਕਰਕੇ ਕਹਿੰਦੇ ਫਿਰ ਕਿਵੇਂ ਜਪੇਗਾ। ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੋਕਈ ਹੈ। ਕਹਿੰਦੇ ਤੈਨੂੰ ਉੱਠਦਿਆਂ ਵੀ ਕੁੱਟ ਪੈਣੀ ਹੈ, ਬਹਿੰਦਿਆਂ ਵੀ ਮਾਰ ਪਏਗੀ। ਉਠਤ ਬੈਠਤ ਠੇਂਗਾ ਪਰ ਹੈ, ਵੇਖਿਆ ਨਾ ਤੁਸੀਂ ਪਸ਼ੂਆਂ ਨੂੰ ਕਿਵੇਂ ਲੋਕ ਮਾਰਦੇ ਕੁੱਟਦੇ ਨੇ। ਕਹਿੰਦੇ ਆਓ ਫਿਰ ਕੁੱਟ ਪੈਣੀ, ਮਾਰ ਪੈਣੀ ਹੈ, ਕਿੱਥੇ ਮੂੰਹ ਲੁਕੋਏਗਾ, ਸ਼ਰਮਸਾਰ ਹੋਣਾ ਪਏਗਾ। ਤਬ ਕਤ ਮੂੰਡ ਲੁਕਾਈ ਹੈ, ਕਿੱਥੇ ਮੂੰਹ ਲੁਕੋਏਗਾ ਫਿਰ। ਇਸ ਕਰਕੇ ਕਹਿੰਦੇ ਜੇ ਜਨਮ ਮਰਨ ਤੋਂ ਚਾਹੁੰਦਾ ਨਾ ਵੀ ਮੈਂ 84 ਦੇ ਗੇੜ ਤੋਂ ਨਜਾਕਤ ਪ੍ਰਾਪਤ ਕਰ ਲਵਾਂ, ਸਤਿਗੁਰਾਂ ਦੇ ਇੱਕ ਸ਼ਬਦ ਦੀ ਭਾਵਾਂ ਨਿਤ ਵਿਚਾਰ ਕਰਿਆ ਕਰੋ, ਜਾਂ ਗੁਰੂ ਘਰ ਆ ਕੇ ਇਉਂ ਕਥਾ ਸੁਣਿਆ ਕਰੋ, ਜਾਂ ਸ਼੍ਰੀ ਹੁਕਮਨਾਮਾ ਸਾਹਿਬ, ਜੋ ਵੀ ਮਹਾਰਾਜ ਦੀ ਗੁਰਬਾਣੀ ਦੀ ਅੱਜ ਕੱਲ੍ਹ ਤੇ ਘਰ 'ਚ ਸਾਧਨ ਬੜੇ ਨੇ, ਹਰ ਪਾਸੇ ਹਰੇਕ ਟੀਵੀ ਚੈਨਲ ਤੇ ਚੱਲਦਾ, 24 ਘੰਟੇ ਲਾਈਵ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਆ ਰਿਹਾ ਹੈ, ਸਵੇਰ ਸ਼ਾਮ ਕਿੰਨਾ ਪ੍ਰਚਾਰ ਹੈ। ਸ਼੍ਰੀ ਬੰਗਲਾ ਸਾਹਿਬ ਤੋਂ ਆਉਂਦਾ ਹੈ, ਸ਼੍ਰੀ ਅਨੰਦਪੁਰ ਸਾਹਿਬ ਤੋਂ, ਗੁਰਦੁਆਰਾ ਸ਼ਹੀਦਗੰਜ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਥਾਨ, ਕਿੰਨਾ ਪ੍ਰਚਾਰ ਹੋ ਰਿਹਾ। ਸ਼੍ਰੀ ਹੇਮਕੁੰਟ ਸਾਹਿਬ ਦਾ ਅੱਜ ਵੀ ਪਿਛਲੇ ਸਾਲ ਦਾ, ਭਾਵੇਂ ਹੁਣ ਤੇ ਚਲੋ ਨਹੀਂ ਕੁਝ ਹਾਲਾਤਾਂ ਕਾਰਨ ਯਾਤਰਾ ਚੱਲ ਰਹੀ, ਪਰ ਪਿਛਲੇ ਸਾਲ ਦਾ ਆ ਰਿਹਾ, ਕਿੰਨਾ ਲਾਹਾ ਲੈ ਸਕਦੇ। ਇਸ ਕਰਕੇ ਕਹਿੰਦੇ ਜ਼ਰੂਰ ਆਉਣਾ ਚਾਹੀਦਾ, ਨਹੀਂ ਤੇ ਫਿਰ ਘਰ ਬਹਿ ਕੇ ਲਾਹਾ ਜ਼ਰੂਰ ਲਓ। ਸਤਿਗੁਰਾਂ ਦੇ ਇੱਕ ਸ਼ਬਦ ਦੀ ਜ਼ਰੂਰ ਵਿਚਾਰ ਕਰੋ, ਜੇ ਜਨਮ ਮਰਨ ਤੋਂ ਨਜਾਕਤ ਚਾਹੁੰਦੇ ਹਾਂ। ਇਸ ਪ੍ਰਕਾਰ ਕਹਿੰਦੇ ਕਈ ਤਾਂ ਸਾਰੇ ਉਪਾਅ ਕਰਕੇ ਵੇਖਦੇ ਨੇ, ਕਾਦੇ ਜੀ, ਸਮ ਦਮ। ਆਪਾਂ ਪੜ੍ਹਦੇ ਹੁੰਦੇ ਆ ਕਈ ਵਾਰ, ਜਿਵੇਂ ਸਮ ਦਮ, ਸ਼ਰਧਾ, ਸਮਾਧਾਨ, ਉਪਰਾਮ, ਤਤੀਕਸ਼ਾ। ਇਹ 6 ਪ੍ਰਕਾਰ ਸਾਧ ਸੰਗਤ ਜੀ ਖੱਟ ਸਮਤੀ ਮੰਨੀ ਹੈ ਵਿਦਵਾਨਾਂ ਨੇ। ਪਹਿਲਾ ਹੈ ਸਮ। ਸਮ ਹੁੰਦਾ ਹੈ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ, ਤੇ ਦਮ ਹੁੰਦਾ ਹੈ ਇੰਦਰੀਆਂ ਨੂੰ ਰੋਕਣਾ। ਸਮਝੇ, ਸਮ ਹੈ ਮਨ ਤੇ ਕਾਬੂ ਪਾਉਣਾ, ਕਿ ਮੇਰਾ ਮਨ ਕਿਸੇ ਗਲਤ ਪਾਸੇ ਨਾ ਜਾਵੇ। ਜੇ ਮਨ ਚਲਿਆ ਵੀ ਜਾਵੇ, ਮਨ ਵਿੱਚ ਗਲਤ ਖਿਆਲ ਆ ਵੀ ਜਾਵੇ, ਤੇ ਸਰੀਰ ਕਰਕੇ ਉਹਦਾ ਕਰਮ ਨਹੀਂ ਕਰਨਾ, ਇੰਦਰੀਆਂ ਤੇ ਕਾਬੂ ਪਾਉਣਾ, ਉਹਨੂੰ ਕਹਿੰਦੇ ਦਮ। ਇਉਂ ਫਿਰ ਕਹਿੰਦੇ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਰੱਖਣੀ।
ਸਮਾਧਾਨ ਭਾਵ ਧਿਆਨ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਰੱਖਣਾ, ਸਮਾਧਾਨ ਕਰਨਾ, ਸਮਾਧੀ ਲਾਉਣੀ, ਧਿਆਨ ਧਾਰਨਾ। ਉਪਰਾਮ ਗ੍ਰਸਤੀ ਹੁੰਦਿਆਂ ਹੋਇਆਂ ਪਰਿਵਾਰ ਵਿੱਚ ਬੱਚਿਆਂ ਵਿੱਚ ਰਹਿੰਦਿਆਂ ਪਕੜ ਨਹੀਂ ਰੱਖਣੀ, ਮੋਹ ਮਾਇਆ ਵਿੱਚ ਨਹੀਂ ਫਸਣਾ, ਉਪਰਾਮ ਰਹਿਣਾ। ਇਸ ਪ੍ਰਕਾਰ ਕਹਿੰਦੇ ਸਮਦਮ ਸ਼ਰਧਾ ਸਮਾਧਾਨ ਉਪਰਾਮ ਤੇ ਤਿਤੀਕਸ਼ਾ, ਜਿਹੜਾ ਸਰੀਰ ਦਾ 6 ਪ੍ਰਕਾਰ ਦਾ ਧਰਮ ਹੈ ਨਾ, ਜਨਮ ਮਰਨ ਭੁੱਖ ਪਿਆਸ, ਇਉਂ ਸਾਧ ਸੰਗਤ ਜੀ ਆਦਿਕ ਧਰਮ ਨੇ। ਇਸ ਤੋਂ ਕਹਿੰਦੇ ਜੇ ਆਪਾਂ ਚਾਹੁੰਦੇ ਆ ਨਾ ਇਹਨਾਂ ਕਰਮਾਂ ਤੋਂ ਵੀ ਛੁਟਕਾਰਾ ਪਾਉਣਾ ਤੇ ਸਤ ਸੰਗਤ ਕਰਨੀ ਪਵੇਗੀ। ਲੋਕ ਇਹ 6 ਤਰ੍ਹਾਂ ਦੇ ਕਰਮ ਵੀ ਕਰਦੇ ਨੇ। ਫਿਰ ਇੱਥੇ ਜੋ ਸ਼ਬਦ ਵਰਤਿਆ ਚਰਜ, ਬ੍ਰਹਮਚਰਜ ਭਾਵ ਗ੍ਰਸਤੀ ਨਾ ਹੋਣਾ, ਸਾਰੀ ਜ਼ਿੰਦਗੀ ਬ੍ਰਹਮਚਰਜ ਧਾਰ ਕੇ ਰੱਖਣਾ, ਨਿਰਲੇਪ ਰਹਿਣਾ ਗ੍ਰਸਤ ਤੋਂ। 4 ਪ੍ਰਕਾਰ ਦੇ ਆਸ਼ਰਮ ਨੇ ਨਾ, ਸਨਾਤਨ ਕਾਲ ਦੇ ਲੋਕ ਇਉਂ ਜੀਵਨ ਬਤੀਤ ਕਰਦੇ ਸੀ। 1 ਸਾਲ ਤੋਂ 25 ਸਾਲ ਤੱਕ ਬ੍ਰਹਮਚਰਜ, 25 ਤੋਂ 50 ਤੱਕ ਗ੍ਰਸਤ, 50 ਤੋਂ 75 ਤੱਕ ਕਹਿੰਦੇ ਬਾਣਪ੍ਰਸਤ, ਜੰਗਲਾਂ ਵਿੱਚ ਜਾਣਾ ਫਿਰ ਘਰ ਆ ਜਾਣਾ, ਤੇ 75 ਤੋਂ 100 ਸਾਲ ਵਿੱਚ ਸੰਨਿਆਸ। ਇਉਂ 4 ਭਾਗਾਂ ਵਿੱਚ ਮਨੁੱਖ ਦੀ ਉਮਰਾਂ ਵੰਡੀ ਹੋਈ ਸੀ। ਪੁਰਾਤਨ ਕਾਲ ਵਿੱਚ ਲੋਕ ਇਉਂ ਜੀਵਨ ਬਤੀਤ ਕਰਦੇ ਸੀ। ਪਰ ਇੱਥੇ ਕਹਿੰਦੇ 3 ਸਾਧਨ ਤੇ ਛੱਡੋ, ਕੱਲਾ ਬ੍ਰਹਮਚਰਜੀ ਧਾਰਿਆ ਹੋਵੇ, ਸਮ ਮਨ ਤੇ ਕਾਬੂ ਪਾਵੇ, ਦਮ ਇੰਦਰੀਆਂ ਨੂੰ ਰੋਕ ਕੇ ਰੱਖੇ, ਤੀਸਰਾ ਫਿਰ ਬ੍ਰਹਮਚਰਜ ਧਾਰ ਕੇ ਰੱਖੇ। 4 ਸਾਧਨ ਹੋਰ ਜਿਹੜੇ ਯੋਗ ਸਾਧਨ ਨੇ, ਜਿਵੇਂ ਯਮ ਨੇਮ ਪ੍ਰਾਣਾਯਾਮ ਪ੍ਰਤਿਆਹਾਰ ਧਿਆਨ ਧਾਰਨਾ ਸਮਾਧੀ, ਇਸ ਪ੍ਰਕਾਰ ਇਹ ਯੋਗ ਦੇ 8 ਸਾਧਨ ਮੰਨੇ ਗਏ ਨੇ ਸਾਧ ਸੰਗਤ ਜੀ। ਉਹਨਾਂ ਨੂੰ ਵੀ ਕਰੇ। ਜਿਵੇਂ ਅੱਜ ਵੀ ਆ ਪਤੰਜਲੀ ਕਿੰਨਾ ਪ੍ਰਚਲਿਤ ਹੈ, ਪਤੰਜਲ ਵੀ ਇੱਕ ਗ੍ਰੰਥ ਹੈ ਪਤੰਜਲ, ਉਹਦੇ ਤੋਂ ਸਾਰਾ ਇਹ ਪਤੰਜਲੀ ਦਾ ਸਾਧ ਸੰਗਤ ਜੀ ਗਿਆਨ ਪ੍ਰਾਪਤ ਕਰਕੇ ਹੌਲੀ ਹੌਲੀ ਲੋਕਾਂ ਵਿੱਚ ਫੈਲਾ ਰਹੇ ਨੇ। ਇਹ ਪਤੰਜਲ ਗ੍ਰੰਥ ਤੋਂ ਪਤੰਜਲੀ ਹੈ। ਇਸ ਪ੍ਰਕਾਰ ਕਹਿੰਦੇ ਉਹ ਯੋਗ ਸਾਧਨਾ ਕਰਨ ਵਾਲੇ ਜਿਹੜੇ ਰਿਖੀ ਮੁਨੀ ਨੇ, ਇਹ ਯੋਗ ਸਾਧਨਾ ਵੀ ਕਰਨੀ, ਜਗ ਕਰਨੇ, ਹੋਮ ਜਗ, ਗੈਂਡਾ ਮਾਰ ਜਗ, ਇਸ ਪ੍ਰਕਾਰ ਕਈ ਹੋਰ ਅਸਮੇਧ ਜਗ, ਇਉਂ ਜਗ ਕਰਨੇ। ਤਪ ਕਰਨਾ, ਤਪ ਕੀ ਹੈ? ਜੰਗਲ ਆਦਿਕ ਵਿੱਚ ਜਾ ਕੇ ਬੈਠ ਜਾਣਾ, ਜੰਗਲ ਆਦਿਕ ਵਿੱਚ ਜਾਂ ਫਿਰ ਕਿਤੇ ਠੰਡੀ ਥਾਂ ਪਹਾੜਾਂ ਵਿੱਚ ਸੀਤ ਬਰਫ਼ ਤੇ ਜਾ ਕੇ ਤਪ ਸਾਧਨਾ ਕਰਨੀ, ਭੁੱਖੇ ਪੇਟ ਤਪ ਸਾਧਨਾ, ਕਈ ਤਰ੍ਹਾਂ ਦਾ ਤਪ ਹੈ। ਇਉਂ ਫਿਰ ਕਹਿੰਦੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜੋ ਬਣਦਾ ਦਸਵੰਧ ਦਾਨ ਕਰਨਾ। ਇੰਨੇ ਕਰਮ ਕਰਨ ਦੇ ਬਾਵਜੂਦ ਵੀ ਮਹਾਰਾਜ ਨੇ ਜੋ ਮਹੱਤਤਾ ਦੱਸੀ ਹੈ ਨਾ, ਉਹ ਪੱਲੇ ਬੰਨ੍ਹ ਲਿਓ ਕਿ ਮੁਕਤੀ ਕਿਵੇਂ ਹੋਵੇਗੀ। ਗ੍ਰਸਤੀ ਦਾਨ ਕਰਦਾ ਰਵੇ, ਮੁਕਤ ਕਿਵੇਂ ਹੋਵੇਗਾ। ਇਸ ਪ੍ਰਕਾਰ ਕਹਿੰਦੇ ਇਹ ਸਾਰੇ ਕਰਮ ਕਰਦਾ ਰਵੇ। ਜੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਵਿੱਚੋਂ ਵੇਖੀਏ ਨਾ, ਇੱਕ ਸ਼ਬਦ ਦੱਸਿਆ ਮਹਾਰਾਜ ਨੇ ਸਾਨੂੰ। ਇਹ ਤਾਂ ਕੇਵਲ 8 ਸਾਧਨ ਨੇ ਨਾ, ਜਿਹੜੇ ਜਿੰਨੇ ਵੀ ਚਲੋ 7-8 ਦੱਸੇ ਨੇ, ਮਹਾਰਾਜ ਨੇ ਸਾਰਾ ਕੁਝ ਹੀ ਗਿਣਾ ਦਿੱਤਾ। ਬਚਨ ਹੈ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਇਸ ਸ਼ਬਦ ਨੂੰ ਵਿਚਾਰ ਕੇ ਦੇਖਿਓ, ਸਾਰਾ ਪੜ੍ਹ ਕੇ ਵੇਖਿਓ, ਅਰਥ ਵੇਖਿਓ। ਮਹਾਰਾਜ ਕਹਿੰਦੇ ਜੋ ਮਰਜ਼ੀ ਕਰਦਾ ਰਹਿ, ਅੰਤ ਨਿਬੇੜਾ ਸਤ ਸੰਗਤ ਵਿੱਚ ਹੈ। ਇੱਥੇ ਆ ਕੇ ਭਲਾ ਹੋਣਾ ਹੈ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹਨੂੰ ਗੁਰੂ ਦੀ ਸੰਗਤ ਦੀ ਪ੍ਰਾਪਤੀ ਹੋ ਗਈ, ਤਰਦਾ ਉਹੀ ਹੈ। ਕਹਿੰਦੇ ਫਿਰ ਗੁਰੂ ਜੀ ਕਿਰਪਾ ਕਰਦੇ ਨੇ, ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰੂ ਜੀ ਦੀ ਕਿਰਪਾ ਹੋਈ, ਪਰਮ ਭਾਵ ਪਰਮਾਤਮਾ ਦਾ, ਪਦ ਭਾਵ ਰਸਤਾ, ਪਰਮ ਪਦ ਪਾਇਆ। ਗੁਰੂ ਜੀ ਦੇ ਵੱਲੀ ਜਾਣ ਦਾ, ਸਤਿਗੁਰਾਂ ਦੇ ਚਰਨਾਂ ਨਾਲ ਜੁੜਨ ਦਾ ਪਦ ਪਾਇਆ, ਰਸਤਾ ਪਾ ਲਿਆ। ਕੀ ਹੋ ਗਿਆ? ਸੁੱਕਾ ਸੜਿਆ ਮਨ ਹਰਿਆ, ਸੂਕੇ ਕਾਸ਼ਟ ਹਰਿਆ। ਸੁੱਕਾ ਸੜਿਆ ਮਨ ਜਿਹੜਾ ਸੀ ਉਹ ਹਰਾ ਭਰਾ ਹੋ ਗਿਆ। ਫਿਰ ਆਪਾਂ ਪੜ੍ਹਦੇ ਹਾਂ, ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਇਉਂ ਬਚਨ ਆਉਂਦੇ ਨੇ ਗੁਰਬਾਣੀ ਵਿੱਚ। ਕਹਿੰਦੇ ਇਹ ਸ਼ਬਦ ਪੜ੍ਹ ਕੇ ਵੇਖ ਲਵੋ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ। ਇੱਕ ਅਹੰਗ ਬੁੱਧ ਬਾਧੇ ਪਿਆਰੇ।
ਇਨ ਬਿਦ ਮਿਲਨ ਨਾ ਜਾਈ। ਕਹਿੰਦੇ ਇਉਂ ਮੇਲ ਨਹੀਂ ਹੋਣਾ, ਮੈਂ ਕੀਏ ਕਰਮ ਅਨੇਕਾ, ਮੈਂ ਬੜੇ ਕਰਮ ਕਰ ਲਏ। ਇਹ ਜੀਵ ਰੂਪ ਇਸਤਰੀ ਇੱਕ ਪ੍ਰਮਾਤਮਾ ਜੋ ਸਾਡਾ ਪਤੀ ਹੈ ਅਕਾਲ ਪੁਰਖ ਵਾਹਿਗੁਰੂ, ਉਹਦੇ ਅੱਗੇ ਅਰਦਾਸਾਂ ਕਰਦੀ, ਮਹਾਰਾਜ ਮੈਂ ਕਿਵੇਂ ਬਚਾਂ, ਇੰਨਾ ਕੁਝ ਕਰਕੇ ਵੇਖ ਲਿਆ। ਇਸ ਪ੍ਰਕਾਰ ਕਹਿੰਦੇ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮਹਾਰਾਜ ਮੈਨੂੰ ਵਿਵੇਕ ਬੁੱਧੀ ਦਿਓ, ਮੈਨੂੰ ਗਿਆਨ ਦੀ ਅਕਲ ਆ ਜਾਵੇ, ਸੋਝੀ ਆ ਜਾਵੇ। ਇਸ ਪ੍ਰਕਾਰ ਕਹਿੰਦੇ ਕਿਰਪਾ ਕਰੋ, ਦੀਜੈ ਬੁੱਧ ਵਿਵੇਕਾ। ਮਹਾਰਾਜ ਅੱਗੇ ਬਚਨ ਕਰਦੇ ਕਹਿੰਦੇ ਮੋਨ ਭਇਓ ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਇਸ ਪ੍ਰਕਾਰ ਬੜੇ ਬਚਨ ਆਉਂਦੇ ਨੇ ਗੁਰਬਾਣੀ ਵਿੱਚ। ਮਹਾਰਾਜ ਕਿਰਪਾ ਕਰਦੇ ਨੇ, ਸਾਨੂੰ ਦੱਸਦੇ ਨੇ, ਜੇ ਆਪਾਂ ਸਮਝਣ ਦਾ ਯਤਨ ਕਰੀਏ ਸਾਧ ਸੰਗਤ ਜੀ। ਮੋਨ ਭਇਓ ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਾਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਕਨਕ ਕਾਮਨੀ ਹੈਵਰ ਗੈਵਰ, ਬਹੁ ਵਿਦ ਦਾਨ ਦਾਤਾਰਾ, ਅੰਨ ਬਸਤਰ ਭੂਮ ਬਹੁ ਅਰਪੇ, ਨਹਿ ਮਿਲਿਆ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਹਿਤ ਰਾਤਾ, ਹਉ ਹਉ ਕਰਤ ਬੰਧਨ ਮਹਿ ਪਰਿਆ, ਨਹਿ ਮਿਲਿਆ ਇਹ ਜੁਗਤਾ। ਜੋਗ ਸਿੱਧ, ਇੱਥੇ ਜੋਗ ਸ਼ਬਦ ਆ ਗਿਆ, ਜੋਗ ਸਿੱਧ ਆਸਣ 84 ਇਹ ਭੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ, ਹਰ ਸਿਓ ਸੰਗ ਨਾ ਗਹਿਆ। ਇਹ ਸਾਰਾ ਸ਼ਬਦ ਵੇਖੋ ਅਸ਼ਟਪਦੀਆਂ 8 ਪਦੇ ਨੇ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਹੁਣ ਅੰਤ ਮਹਾਰਾਜ ਇੱਕ ਬਚਨ ਕਰਦੇ ਨੇ। ਕੀ ਬਚਨ ਕਰਦੇ ਨੇ? ਕਹਿੰਦੇ ਹਰ ਕੀਰਤ, ਕਹਿੰਦੇ ਹਰੀ ਦੀ ਕੀਰਤੀ ਜੇ ਤੂੰ ਕਰੇ ਨਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰੇ, ਤੇ ਕਿੱਥੇ ਆ ਕੇ ਕਰੇ? ਹਰ ਕੀਰਤ ਸਾਧ ਸੰਗਤ ਹੈ, ਸਾਰਿਆਂ ਤੋਂ ਵੱਧ ਉੱਤਮ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ, ਜਿੰਨੇ ਮਰਜੀ ਕਰਮ ਕਰਦਾ ਰਹਿ, ਸਾਰਿਆਂ ਨਾਲੋਂ ਵੱਡਾ ਕਰਮ ਹੈ ਸਿਰ ਕਰਮਨ ਕੈ ਕਰਮਾ। ਪਰ ਕਹਿੰਦੇ ਪ੍ਰਾਪਤ ਕਿਹਨੂੰ ਹੁੰਦਾ? ਕਹੋ ਨਾਨਕ ਤਿਸ ਭਇਓ ਪ੍ਰਾਪਤ, ਮਿਲਦਾ ਉਹਨੂੰ ਹੈ ਜਿਸ ਪੁਰਬ ਲਿਖੇ ਕਾ ਲਹਿਣਾ, ਜਿਹਦੇ ਪੂਰਬਲੇ ਭਾਗ ਹੋਣ, ਪਿਛਲੇ ਜਨਮਾਂ ਦਾ ਕੋਈ ਚੰਗਾ ਬੀਜਿਆ ਹੋਵੇ, ਉਹਨੂੰ ਪ੍ਰਾਪਤ ਹੁੰਦਾ ਪੁਰਬ ਲਿਖੇ ਕਾ ਲਹਿਣਾ। ਤੇਰੋ ਸੇਵਕ ਇਹੋ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਇਹ ਮਹਾਰਾਜ ਦਾ ਸ਼ਬਦ ਹੈ ਸਾਧ ਸੰਗਤ ਜੀ। ਇਸ ਪ੍ਰਕਾਰ ਸਤਿਗੁਰੂ ਕਹਿੰਦੇ ਜੋ 8 ਅਸ਼ਟਪਦੀਆਂ ਵਾਲਾ ਸ਼ਬਦ ਹੈ ਨਾ, ਪੜ੍ਹ ਕਰਕੇ ਵੇਖਿਓ ਸਾਧ ਸੰਗਤ ਜੀ, ਪਤਾ ਲੱਗ ਜਾਂਦਾ। ਇਸ ਪ੍ਰਕਾਰ 8 ਸਾਧਨ ਕਰਨ ਦਾ ਵੀ ਕੋਈ ਫਲ ਨਹੀਂ। 8 ਛੱਡੋ, ਆ ਕਿੰਨੇ ਸਾਧਨ ਮਹਾਰਾਜ ਨੇ ਗਿਣਾਤੇ। ਆਪਣੇ ਕੋਲ ਸਮਾਂ ਨਹੀਂ ਤਾਂ ਵਿਚਾਰ ਕਰਦੇ ਕੱਲੇ ਕੱਲੇ ਦੀ। ਕਹਿੰਦੇ ਉੱਤਮ ਕੀ ਹੈ ਅੱਗੇ ਦੱਸਦੇ ਹਨ। ਇੰਨੇ ਕਰਮ ਕਰਨ ਦਾ ਕੋਈ ਲਾਭ ਨਹੀਂ, ਨਿਫਲ ਭਾਵ ਫਲ ਰਹਿਤ ਹੈ, ਜੇ ਕਰਕੇ ਤੂੰ ਸਤ ਸੰਗਤ ਨਹੀਂ ਕਰਦਾ। ਕਿਵੇਂ ਨਿਫਲ ਹੈ? ਬਾਂਝ ਸੁਵਨ ਸਮਮਾਨ, ਜਿਵੇਂ ਬਾਂਝ ਇਸਤਰੀ ਹੁੰਦੀ ਹੈ, ਜਿਵੇਂ ਕੋਈ ਬਾਂਝ ਇਸਤਰੀ ਜਿਸ ਦੇ ਬੱਚਾ ਨਾ ਹੁੰਦਾ ਹੋਵੇ, ਕਹਿੰਦੇ ਜਿਵੇਂ ਉਹ ਬਾਂਝ ਔਰਤ ਹੈ, ਇਉਂ ਜਾਣ ਲੈ ਤੇਰੇ ਇਹ ਕੀਤੇ ਕਰਮ ਬਾਂਝ ਨੇ, ਬਾਂਝ ਦੇ ਸਮਾਨ। ਇੱਕ ਸਾਧ ਸੰਗਤ ਜੀ ਬਾਂਝ ਇਸਤਰੀ ਹੁੰਦੀ ਹੈ ਜਿਹਨੂੰ ਸੰਤਾਨ ਹੁੰਦੀ ਹੋਈ ਨਹੀਂ। ਇੱਕ ਕਾਂਕ ਬਾਝ ਵੀ ਹੁੰਦਾ। ਕਾਂਕ ਬਾਝ ਉਹਨੂੰ ਕਹਿੰਦੇ ਨੇ ਜਿਵੇਂ ਇੱਕ ਵਾਰੀ ਹੋ ਗਿਆ ਮੁੜ ਕੇ ਨਾ ਹੋਵੇ। ਇਸ ਕਰਕੇ ਕਹਿੰਦੇ ਉਹੋ ਜੀ ਹਾਲਤ ਹੋ ਜਾਂਦੀ ਹੈ। ਕਹਿੰਦੇ ਇਸਤਰੀ ਨੇ ਪਤੀ ਦੀ ਪ੍ਰਾਪਤੀ ਵਾਸਤੇ ਵਿਆਹ ਤਾਂ ਰਚ ਲਿਆ, ਕੰਤ ਕੇ ਕਾਰਨ ਵਿਆਹ ਰਚਿਓ। ਤੇ ਕਹਿੰਦੇ ਹੋਇਆ ਕਿ ਉਧਰੋਂ ਜਿਹੜੇ ਉਹ ਕਹਿੰਦੇ ਸੀ ਨਾ ਲਾੜੇ ਵਾਲੇ, ਉਹ ਕਹਿੰਦੇ ਬਰਾਤ ਸਮੇਤ ਆ ਗਏ। ਲਾੜਾ ਨਹੀਂ ਆਇਆ, ਬਰਾਤ ਪਹੁੰਚ ਗਈ ਹੈ। ਜਦੋਂ ਘਰ ਵਿੱਚ ਵਿਆਹ ਰੱਖ ਦਈਏ ਨਾ, ਫਿਰ ਆਪੋ ਆਪਣੇ ਧਰਮ ਦੇ ਅਨੁਸਾਰ ਹਰ ਕੋਈ ਆਪਣੇ ਇਸ਼ਟ ਦਾ ਆਰਾਧਨ ਕਰਦਾ ਹੈ। ਜਿਵੇਂ ਜਾਂ ਵਿਆਹ ਤੋਂ ਪਹਿਲਾਂ ਸ਼੍ਰੀ ਸੁਖਮਣੀ ਸਾਹਿਬ ਦਾ ਜਾਪ ਕਰਵਾਉਂਦੇ ਨੇ ਨਾ ਲੋਕ, ਜਾਂ ਸ਼੍ਰੀ ਅਖੰਡ ਪਾਠ ਸਾਹਿਬ, ਸ਼੍ਰੀ ਸਹਿਜ ਪਾਠ, ਆਪੋ ਆਪਣੇ ਸ਼ਰਧਾ ਭਾਵਨਾ ਅਨੁਸਾਰ।
ਕਹਿੰਦੇ ਉਹ ਪੂਜਾ ਦੇ ਵਾਸਤੇ ਮਹਾਰਾਜ ਨੂੰ ਲੈ ਕਰਕੇ ਆਉਣਾ, ਪਾਠ ਆਦਿਕ ਕਰਾਉਣਾ, ਤੇ ਕਹਿੰਦੇ ਉਹ ਵਿਦਵਾਨਾਂ ਨੂੰ ਸੱਦ ਕੇ ਗੁਰਬਾਣੀ ਦਾ ਰਸ ਪ੍ਰਾਪਤ ਕਰਨਾ, ਭਾਵ ਸਮਾਗਮ ਕਰਨਾ। ਕਹਿੰਦੇ ਉਹ ਜਦੋਂ ਸਵੇਰੇ ਸਤ ਸੰਗਤ ਕਰਦੇ ਨੇ, ਰਾਤ ਨੂੰ ਫਿਰ ਜਿਹੜੀਆਂ ਇਸਤਰੀਆਂ ਨੇ ਉਹ ਗੀਤ ਵੀ ਗਾਉਂਦੀਆਂ ਨੇ ਕਿ ਭਾਈ ਆ ਜਿਹੜੀ ਇਸਤਰੀ ਹੈ ਇਹਨੂੰ ਪਤੀ ਦੀ ਪ੍ਰਾਪਤੀ ਹੋਣ ਲੱਗੀ। ਬੜਾ ਚਾਅ ਹੁੰਦਾ ਸਾਰਿਆਂ ਵਿੱਚ ਵਿਆਹ ਦਾ। ਕਹਿੰਦੇ ਉਹ ਖੁਸ਼ੀ ਦੇ ਗੀਤ ਗਾਏ ਜਾਂਦੇ, ਮੰਗਲ ਵੀ ਗਾਉਂਦੇ ਹਨ। ਇਉਂ ਹੀ ਕਹਿੰਦੇ ਜਿਹੜਾ ਆਤਮਾ ਹੈ ਨਾ, ਇਹ ਸਾਧਨ ਜਾਣ ਲੈਣਾ ਕਰੋ। ਵੇਖੋ ਕਿੱਡੀ ਸੁੰਦਰ ਉਦਾਹਰਣ ਦਿੱਤੀ। ਕਹਿੰਦੇ ਵਿਆਹ ਹੋਣ ਲੱਗਾ, ਬਰਾਤ ਆ ਗਈ ਹੈ, ਲਾੜਾ ਨਹੀਂ ਆਇਆ। ਭਾਵ ਕਹਿਣ ਦਾ ਕਿ ਜਿਹੜਾ ਇਸਤਰੀ ਦੇ ਮਨ ਵਿੱਚ ਚਾਅ ਸੀ ਕਿ ਮੈਂ ਪਤੀ ਬ੍ਰਤਾ ਇਸਤਰੀ ਬਣ ਜਾਵਾਂਗੀ, ਮੈਨੂੰ ਮਾਲਕ ਮਿਲ ਜਾਵੇਗਾ, ਮੇਰਾ ਸੁਆਮੀ ਮਿਲ ਜਾਵੇਗਾ, ਆਸ ਪੂਰਨ ਨਹੀਂ ਹੋਈ। ਕਹਿੰਦੇ ਇਉਂ ਜਾਣ ਲੈਣਾ ਕਰੋ, ਆ ਜਿਹੜੇ ਸਾਰੇ ਸਾਧਨ ਕੀਤੇ, ਬਰਾਤ ਵੀ ਆ ਗਈ, ਰਿਸ਼ਤੇਦਾਰ ਵੀ ਸੱਦ ਲਏ, ਚਾਚੇ ਮਾਮੇ ਤਾਏ ਸਾਰੇ ਬੁਲਾ ਲਏ, ਰਿਸ਼ਤੇਦਾਰ ਬਾਜੇ ਵੀ ਵਜਾ ਲਏ ਤੇ ਗੀਤ ਵੀ ਗਾ ਲਏ। ਭਾਵ ਕਹਿਣ ਦਾ ਇਹ ਸਾਧਨਾ ਦੇ ਸਮਾਨ ਜਾਣੋ। ਸਮ ਦਮ ਜੋਗ ਵੀ ਕਰ ਲਏ, ਜਗ ਵੀ ਕਰ ਲਏ, ਤਪ ਵੀ ਕਰ ਲਿਆ, ਦਾਨ ਵੀ ਕਰ ਲਿਆ, ਸਾਰਾ ਕੁਝ ਕਰ ਲਿਆ, ਆਤਮਾ ਦੀ ਪ੍ਰਾਪਤੀ ਹੋਈ ਕੋਈ ਨਹੀਂ। ਕਹਿੰਦੇ ਜਿਹੜਾ ਜਿਹਨੂੰ ਪਾਉਣਾ ਸੀ ਪਤੀ ਦੇਵ ਉਹ ਮਿਲਿਆ ਨਹੀਂ। ਇਉਂ ਜਾਣੋ ਜਿਵੇਂ ਇਹ ਸਾਰੇ ਸਾਧਨ ਤਾਂ ਕਰ ਲਏ ਪਰ ਆਤਮਾ ਦੀ ਪ੍ਰਾਪਤੀ ਫਿਰ ਨਹੀਂ ਹੋਈ, ਆਤਮਾ ਨੂੰ ਫਿਰ ਨਹੀਂ ਜਾਣਿਆ। ਤੇ ਕਹਿੰਦੇ ਕਾਹਦਾ ਵਿਆਹ ਹੋਇਆ, ਕਾਹਦਾ ਵਿਆਹ ਹੋਇਆ? ਵਿਆਹ ਤੇ ਉਦਣ ਹੋਏਗਾ ਜਿੱਦਣ ਵਿਆਹੋ ਹੋਆ ਮੇਰੇ ਬਾਬੋਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਜਦੋਂ ਜੀਵ ਰੂਪ ਇਸਤਰੀ ਦਾ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਲ ਸੰਬੰਧ ਬਣ ਜਾਏਗਾ। ਮਹਾਰਾਜ ਕਹਿੰਦੇ ਭਾਈ ਭਲੀ ਹੈ ਉਹ ਕੁੱਲ, ਭਲਾ ਹੈ ਉਹਦਾ ਜਨਮ, ਭਲੀ ਕੁੱਲ ਹੈ, ਚੰਗਾ ਹੈ ਉਹਦਾ ਦੁਨੀਆ ਤੇ ਆਉਣਾ, ਉਹਦੀ ਕੁੱਲ ਭਲੀ ਹੈ, ਨਗਰ ਭਲਾ ਹੈ। ਜਾਂ ਇਉਂ ਕਹਿ ਲਓ ਹਿਰਦੇ ਰੂਪੀ ਨਗਰ, ਜਾਂ ਇਉਂ ਕਹਿ ਲਓ ਬਾਹਰ ਵਾਲਾ ਵੀ, ਕੋਈ ਵੀ ਕਹਿ ਸਕਦੇ ਆ ਜਿਹੜਾ ਗੁਣੀ ਹੈ। ਇਸ ਜਗਤ ਦੇ ਵਿੱਚ ਜੋ ਮਾਇਆ ਦਾ ਜਾਲ ਹੈ ਉਸ ਤੋਂ ਬਚ ਕੇ ਆਪਣੇ ਆਪ ਨੂੰ ਸਮਝ ਕੇ ਪਰਮਾਤਮਾ ਵਿੱਚ ਜਿਹੜਾ ਇੱਕਮਿਕ ਹੋ ਗਿਆ ਹੈ, ਭਾਵ ਜੀਵ ਰੂਪ ਇਸਤਰੀ ਨੇ ਜਦੋਂ ਪਤੀ ਬ੍ਰਤਾ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ, ਉਹੀ ਕਹਿੰਦੇ ਧੰਨ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਸਾਰਾ ਉਪਦੇਸ਼ ਉਹਨਾਂ ਨੇ ਦਿੱਤਾ ਹੈ। ਜਦੋਂ ਸਾਰੇ ਕਵੀਆਂ ਦੀ ਵਿਚਾਰ ਸੁਣੀ ਹੈ, ਇਹ ਸਾਰਾ ਕੁਝ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਹੈ। ਓ ਸ਼੍ਰੀ ਅਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੀਤਾ ਪ੍ਰਤੀ ਸਤਿਗੁਰਾਂ ਦਾ ਦੀਵਾਨ ਸਜਦਾ ਹੈ। ਇਹੋ ਜੀ ਬ੍ਰਹਮ ਦੀ ਵਿਚਾਰ ਸਦਾ ਹੁੰਦੀ ਰਹਿੰਦੀ ਹੈ। ਇਸ ਪ੍ਰਕਾਰ ਕਹਿੰਦੇ ਸਾਰੇ ਜਿਹੜੇ ਸਾਧ ਸੰਗਤ ਜੀ ਸਿੱਖ ਹਨ ਨਾ, ਉਹ ਬੜੇ ਧਿਆਨ ਦੇ ਨਾਲ ਸੁਣਦੇ ਨੇ। ਐਸੀ ਵਿਚਾਰ ਭਵ ਭੈ ਮਿਟਹਿ ਸਮਾਲ, ਜਿਸ ਦੇ ਨਾਲ ਸੰਸਾਰ ਦੇ ਵਿੱਚ ਜਿਹੜਾ ਜੰਮਣ ਮਰਨ ਦਾ ਡਰ ਹੈ ਉਹ ਮੁਕਤ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇਸ ਕਰਕੇ ਜਦੋਂ ਗੁਰੂ ਜੀ ਦੇ ਬਚਨ ਨੂੰ ਸੰਭਾਲਦਾ ਹੈ, ਅਮਲ ਕਰਦਾ ਹੈ ਤੇ ਹਿਰਦੇ ਵਿੱਚ ਵਸਾ ਕੇ ਉਹਦੀ ਕਮਾਈ ਕਰਦਾ। ਇਸ ਪ੍ਰਕਾਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਨੇ ਉਪਦੇਸ਼ ਦਿੱਤਾ ਹੈ। ਬਾਕੀ ਦੀਆਂ ਜੋ ਸ਼ੇਸ਼ ਵਿਚਾਰ ਹੈ ਉਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਮਾਫ ਕਰਨੀਆਂ। ਸਵਾਸ ਸਵਾਸ ਆਪ ਸੰਗਤ ਦਾ ਧੰਨਵਾਦ ਹੈ। ਜਿੱਥੇ ਆਪ ਚੱਲ ਕੇ ਆਏ ਹੋ ਹਾਜ਼ਰੀ ਭਰੀ ਹੈ, ਹੋਰਾਂ ਨੂੰ ਵੀ ਪ੍ਰੇਰ ਕੇ ਲੈ ਕਰਕੇ ਆਇਆ ਕਰੋ, ਕਿਉਂਕਿ ਅੱਜ ਲੋੜ ਹੈ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਇਤਿਹਾਸ ਤੋਂ ਜਾਣੂ ਹੋਣ ਦੀ। ਸੋ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ, ਆਪ ਸੰਗਤ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਮੇਰੇ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਾਰੇ ਗੱਜ ਕੇ ਆਖੋ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ
ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਵਾਸ ਸਵਾਸ ਰੋਮ ਰੋਮ ਕਰਕੇ ਧੰਨਵਾਦ। ਬਾਕੀ ਦੀਆਂ ਵਿਚਾਰਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਅਗਲੇ ਦੀਵਾਨਾਂ ਵਿੱਚ ਤੋਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।